औखे पैंडे लम्मियां ने रावां इश्क दियां, दर्द जिगर सख्त सजावां इश्क दियां, अल्लाह हू ₹7 'ਚ ਗੀਤ ਬਾਬੇ ਨੇ ਮੈਨੂੰ ਦਿੱਤਾ ਸੀ। ਅੱਛਾ। ਹਾਂ, ਜਿਸ ਦਿਨ ਉਹ ਗੀਤ ਪਹਿਲੇ ਦਿਨ ਮੈਂ ਲੈਣ ਗਿਆ ਉਦੋਂ ਤੋਂ ਮੈਨੂੰ ਕਹਿੰਦਾ, ਮੇਰੇ ਯਾਦ ਆ ਯੂਨੀਵਰਸਿਟੀ ਦੇ ਪਿੱਛੇ ਇੱਕ ਸ਼ੇਖੂਪੁਰਾ ਪਿੰਡ ਹੈ, ਤਾਂ ਉੱਥੇ ਰਹਿੰਦਾ ਹੁੰਦਾ ਸੀ ਬਾਬਾ ਬੇਲੀ, ਭਰਾ ਮੇਰਾ ਉਹ। ਤਾਂ ਮੈਨੂੰ ਕਹਿੰਦਾ ਵੀ ₹7 ਲਵਾਂਗਾ ਤੇ ਇੱਕ ਐਸੀ ਚੀਜ਼ ਸੁਣਾ ਕੇ ਜਾ ਜਿਹਦੇ ਨਾਲ ਮੈਂ ਰੋਵਾਂ। ਮੈਂ ਕਿਹਾ ਯਾਰ ਹੁਣ ਸੱਤਾਂ ਵਾਲਾ ਸੌਦਾ ਤਾਂ ਠੀਕ ਆ, ਪਰ ਹੁਣ ਰਵਾਉਣ ਵਾਲਾ ਕੰਮ ਤਾਂ ਮੈਂ ਕਿਹਾ ਬੈਰਾਗ, ਹੁਣ ਮੈਂ ਕਿਹਾ ਮੈਂ ਐਡੀ ਕੀ ਮੇਰੀ ਹਸਤੀ ਕਿ ਮੈਂ ਤੈਨੂੰ ਰਵਾ ਹੀ ਦੇਵਾਂ। ਉਹਨਾਂ ਦਿਨਾਂ 'ਚ ਮੈਂ ਗੀਤ ਗਾਉਂਦਾ ਸੀ, ਮੈਂ ਲਾਜਪਾਲਾਂ ਦੇ ਲੜ ਲੱਗੀ ਆ ਮੇਰੇ ਤੋਂ ਗਮ ਪਰੇ ਰਹਿੰਦੇ, ਉਹ ਗੀਤ ਸੁਣਾਇਆ। ਚਲੋ ਖੈਰ ਅਸਰ ਆਇਆ ਗੀਤ ਦਾ, ਤਾਂ ਬਾਬਾ ਬੇਲੀ ਰੋਇਆ ਵੀ ਜੀ। 21 ਵਾਰਾਂ ਦੀ ਮੈਨੂੰ ਲੱਗਦਾ ਸਭ ਤੋਂ ਵੱਧ ਵਿਕਣ ਵਾਲੀ ਟੇਪ ਆ ਉਹ ਜੀ। ਉਹ ਬੱਸਾਂ 'ਚ ਕੀ, ਟਰੱਕਾਂ 'ਚ ਕੀ, ਕਾਰਾਂ 'ਚ ਕੀ, ਬਾਹਰਲੇ ਮੁਲਕਾਂ 'ਚ ਕੀ, ਇੱਥੇ ਕੀ, ਮੈਨੂੰ ਨਹੀਂ ਲੱਗਦਾ ਕਿਸੇ ਨੇ ਉਹ ਗੀਤ ਨਹੀਂ ਸੁਣੇ ਹੋਣੇ। ਸੋ ਲੱਖਾਂ ਦੇ ਵਿੱਚ ਉਹ CD ਵਿਕੀ ਸੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਲਫ਼ਜ਼ਾਂ ਦਾ, ਤੁਹਾਡੀ ਗਾਇਕੀ ਦਾ, ਤੁਹਾਡੇ ਔਰੇ ਦਾ ਅਤੇ ਤੁਹਾਡੀ ਨੀਅਤ ਦਾ, ਮੇਰੇ ਖਿਆਲ 'ਚ ਸਾਰੀਆਂ ਚੀਜ਼ਾਂ ਕੋਲੈਬੋਰੇਟ ਕਰਦੀਆਂ, ਉਹ ਇੱਕ ਅਸਰ ਬਣਦਾ ਹੈ ਜੀ। ਜਦੋਂ ਅਸਰ ਤੁਹਾਡਾ ਮਹਾਰਾਜ ਜੰਮੀਓ ਆਡੀਅנס 'ਤੇ ਪੈਂਦਾ ਹੈ ਨਾ, ਤਾਂ ਫਿਰ ਵਕਤੇ ਦਾ ਅਤੇ ਸਰੋਤੇ ਦਾ ਇੱਕ ਉਹ ਤਾਲਮੇਲ ਬਣਦਾ ਅਤੇ ਉਹ ਚੀਜ਼ਾਂ ਮਕਬੂਲ ਹੁੰਦੀਆਂ ਨਾ। ਕਿ ਗਾਉਣ ਵਾਲਾ ਦੋ ਤਰੀਕਿਆਂ ਨਾਲ ਗਾਉਂਦਾ ਹੈ। ਇੱਕ ਤਾਂ ਉੱਦਾਂ ਗਾਉਂਦਾ ਹੈ ਕਿ ਲੋਕ ਸੈਟਿਸਫਾਈ ਕਰਨੇ ਆ ਮੈਂ, ਇੱਕ ਹੁੰਦਾ ਕਿ ਮੈਂ ਆਪ ਸੈਟਿਸਫਾਈ ਹੋਣਾ ਜੀ। ਤਾਂ ਉਹਨਾਂ ਦਾ ਜਵਾਬ ਸੀ ਕਿ ਮੈਂ ਆਪਣੇ ਗੀਤਾਂ ਨੂੰ ਗਾ ਕੇ ਆਪ ਸੈਟਿਸਫਾਈ ਹੁੰਦਾ ਜੀ, ਤਾਂ ਉਸ ਤੋਂ ਬਾਅਦ ਬੇਸ਼ੱਕ ਮੇਰੇ ਸਰੋਤੇ ਵੀ ਸੈਟਿਸਫਾਈ ਹੁੰਦੇ। ਹੁਣ ਇਹ ਜਵਾਬ ਤੁਹਾਨੂੰ ਤਾਂ ਕਰਕੇ ਇੰਨਾ ਵਧੀਆ ਲੱਗਿਆ ਕਿਉਂਕਿ ਤੁਸੀਂ ਤੁਹਾਡੀ ਸ਼ਖਸੀਅਤ ਮੇਰਾ ਵੀ ਹਿਸਾਬ ਕਿਤਾਬ ਉੱਦਾਂ ਦਾ ਹੀ ਹੈ ਕੁਛ, ਕਿ ਮੈਨੂੰ ਆਪਣੇ ਆਪ ਨੂੰ ਪਹਿਲਾਂ ਮੇਰਾ ਸੈਟਿਸਫੈਕਸ਼ਨ ਲੈਵਲ ਹੈ ਜਿਹੜਾ ਉਹ ਪ੍ਰੋਪਰ ਹੋਣਾ ਚਾਹੀਦਾ। ਤਾਂ ਜੇ ਮੈਂ ਆਪ ਖੁਸ਼ ਹਾਂ ਅਤੇ ਮੈਂ ਆਪ ਦੀ ਖੇਤੀ ਜਿਹੜੀ ਸ਼ਬਦਾਂ ਦੀ, ਸੰਗੀਤ ਦੀ ਕਰਦਾ, ਜੇ ਮੈਨੂੰ ਆਪ ਨੂੰ ਚੈਨ ਦਿੰਦੀ ਹੈ, ਤਾਂ ਬੇਸ਼ੱਕ ਜਿਹੜੇ ਕੋਈ ਰੱਬ ਘਰ ਦੀਆਂ ਗੱਲਾਂ ਸੁਣਨ ਵਾਲੇ ਜਾਂ ਕੋਈ ਸਾਡੀਆਂ ਸੋਸ਼ਲ ਗੱਲਾਂ, ਸਾਡੇ ਰਿਸ਼ਤੇ ਨਾਤਿਆਂ ਦੀਆਂ ਗੱਲਾਂ ਸੁਣਨ ਵਾਲੇ ਹੈ, ਜਾਂ ਸਾਡੇ ਆਲ ਓਵਰ ਪੰਜਾਬ ਦੀਆਂ ਗੱਲਾਂ ਸੁਣਨ ਵਾਲੇ, ਉਹ 'ਚ ਬਹੁਤ ਸਾਰੇ ਕਨਸੈਪਟ ਆ ਜਾਂਦੇ ਹੈ। ਸਾਡੀ ਭਾਸ਼ਾ ਆ ਜਾਂਦੀ ਹੈ, ਸਾਡਾ ਗਿਆਨ ਆ ਜਾਂਦਾ ਹੈ, ਸਾਡਾ ਧਰਮ ਆ ਜਾਂਦਾ ਹੈ, ਸਾਡੀ ਰਾਜਨੀਤੀ ਆ ਜਾਂਦੀ ਹੈ ਨਾ, ਸਾਡੀ ਰੋਜ਼ਮਰਾ ਦੀ ਜ਼ਿੰਦਗੀ ਆ ਜਾਂਦੀ ਹੈ। ਸੋ ਇਹਨਾਂ 'ਚੋਂ ਹੀ ਗੀਤ ਨਿਕਲਦੇ ਆ। ਮੈਨੂੰ ਲੱਗਦਾ ਕਿ ਜਦੋਂ ਇੱਦਾਂ ਅਸੀਂ ਗੁੰਦ ਕੇ ਇਹ ਸਾਰੀਆਂ ਚੀਜ਼ਾਂ 'ਚੋਂ, ਫਲਸਫਿਆਂ 'ਚੋਂ ਗੀਤ ਕੱਢ ਕੇ ਗਾਉਣੇ ਆ ਨਾ, ਅਤੇ ਆਪਣੇ ਆਪ ਨੂੰ ਚੈਨ ਮਿਲਦਾ ਹੈ। ਆਪ ਦੇ ਲਈ ਪਰਮਾਤਮਾ ਭਾਵੇਂ 100 'ਚੋਂ 1 ਦੇ ਦੇ, ਪਰ 99 ਹੁਣ ਲੱਗਦਾ ਹੁੰਦਾ ਕਿ ਪਰਿਵਾਰ ਹੈ ਮੇਰਾ ਸਾਰਾ, ਇਹ ਪੰਜਾਬ ਜੀ, ਸਾਰਾ ਆਵਾਮ ਮੇਰਾ ਪਰਿਵਾਰ ਹੈ। ਇਹਨਾਂ ਲਈ ਜੇ ਕੁਛ ਥੋੜ੍ਹਾ ਬਹੁਤਾ ਮਹਾਰਾਜ ਮੈਥੋਂ ਕਰਵਾ ਲੇ, ਕਿ ਇਹਨਾਂ ਵਰਗਾ ਬਣ ਕੇ ਕਰਵਾ ਲੇ ਅਤੇ ਇਹਨਾਂ ਦਾ ਬਣ ਕੇ ਕਰਵਾ ਲੇ, ਤਾਂ ਕੋਈ ਹੰਕਾਰ ਜਾਣਾ ਹੋਵੇ, ਕੋਈ ਮਾਣ ਜਾਣਾ ਹੋਵੇ ਉਸ ਚੀਜ਼ ਦਾ, ਕਿ ਬਸ ਕਿ ਸਾਰੀ ਉਮਰ ਜੀ ਬਸ ਐਂ ਲੰਘ ਜੇ ਕਿ ਇਹ ਪੰਜਾਬ ਮੇਰਾ ਪਰਿਵਾਰ ਹੈ। ਅਤੇ ਗੀਤਾਂ ਰਾਹੀਂ ਵੀ ਆਪਦੀ ਸੇਵਾ ਬੇਸ਼ੱਕ ਕਰਦਾ ਰਹੂੰਗਾ, ਪਰ ਨਾਲ ਬਸ ਇਹ ਹੈ ਕਿ ਫਿਜ਼ੀਕਲੀ ਵੀ ਮੈਂ ਲੋਕਾਂ ਨੂੰ ਮਿਲਦਾ ਰਹਾਂ, ਕੋਈ ਦੁੱਖ ਸੁੱਖ ਆਉਂਦਾ ਉਹਦੇ ਵਿੱਚ ਵੀ ਉਹਨਾਂ ਦਾ ਭਾਈਵਾਲ ਬਣ ਕੇ ਅਤੇ ਉਹਨਾਂ ਦੇ ਨਾਲ ਖੜਦਾ ਰਹਾਂ। ਬਸ ਹੁਣ ਇਹ ਚੀਜ਼ਾਂ ਜ਼ਰੂਰ। ਚੰਗੇ ਪੱਤਰਕਾਰ, ਮਾੜੇ ਪੱਤਰਕਾਰ, ਚੰਗਾ ਗਵਈਆ, ਮਾੜਾ ਗਵਈਆ, ਚੰਗਾ ਫਿਲਮ ਮੇਕਰ, ਮਾੜਾ ਫਿਲਮ ਮੇਕਰ, ਚੰਗਾ ਪੋਲੀਟੀਸ਼ੀਅਨ, ਮਾੜਾ ਪੋਲੀਟੀਸ਼ੀਅਨ, ਚੰਗਾ ਬਾਬਾ, ਮਾੜਾ ਬਾਬਾ, ਚੰਗਾ ਕਿਸਾਨ, ਮਾੜਾ ਕਿਸਾਨ, ਚੰਗਾ ਦਰਜੀ, ਮਾੜਾ ਦਰਜੀ। ਕੋਈ ਵੀ ਕੰਮ ਲਓ ਤੁਸੀਂ ਜ਼ਿੰਦਗੀ 'ਚ, ਸਾਰੇ ਪਾਸੇ ਇਹੀ ਤਾਂ ਜ਼ਿੰਦਗੀ ਹੈ। ਜੇ ਸਾਰਾ ਕੁਛ ਸਾਧਾਂ ਦਾ ਹੀ, ਮਸਤਾਂ ਦਾ ਹੀ ਵਿਹੜਾ ਹੋ ਜੇ, ਫਿਰ ਤਾਂ ਚਰਚਾ ਹੀ ਨਹੀਂ ਕੋਈ ਹੈਗੀ। ਚਰਚਾ ਕਿਉਂ ਬਣੀ? ਕਿਉਂਕਿ ਸਮਾਜ ਹੈ, ਨਹੀਂ ਤਾਂ ਸਾਰੇ ਚੁੱਪ ਹੈ। ਫਿਰ ਤਾਂ ਜਿਵੇਂ ਸਾਧੂ ਹੈ, ਜਾਣੀ ਘੰਟਿਆਂ ਬੱਧੀ ਚੁੱਪ ਬੈਠੇ ਰਹਿੰਦੇ ਹੁੰਦੇ, ਕੋਈ ਗੱਲ ਹੀ ਨਹੀਂ ਕਰਦੇ। ਉਹ ਸਮਾਜ ਡਿਸਕਸ਼ਨ ਆ ਮੀਡੀਆ ਕਿਉਂ ਬਣਿਆ ਹੈ? ਤਾਂ ਚੰਗੇ ਨੂੰ ਚੰਗਾ ਕਹਿਣ ਲਈ, ਮਾੜੇ ਨੂੰ ਮਾੜਾ ਕਹਿਣ ਦੇ ਲਈ। ਸੋ ਇਹ ਤਾਂ ਸਮਾਜ ਦਾ ਅੰਗ ਹੈ, ਇਹ ਤਾਂ ਬੇਸ਼ੱਕ ਨਾਲ ਚੱਲਣੇ ਹੈ। ਮੋਸਟਲੀ ਮੈਂ ਸਟੇਜਾਂ 'ਤੇ ਵੀ ਇਹ ਗੱਲਾਂ ਬੋਲਦਾ ਹੁੰਦਾ ਕਿ 3 ਹੀ ਟੇਸ਼ਨ ਆ ਸਾਡੇ ਵੀ, ਅਸੀਂ ਕਿੱਥੋਂ ਆਏ ਹਾਂ, ਕੀ ਕਰਨਾ ਹੈ ਇੱਥੇ, ਅਤੇ ਇੱਥੋਂ ਜਾਣਾ ਕਿੱਥੇ ਹੈ। ਸੋ ਆ ਤਾਂ ਗਏ ਹੁਣ ਇੱਥੇ, ਇੱਥੋਂ ਹੁਣ ਜਾਣਾ ਕਿੱਥੇ ਹੈ ਤਾਂ ਹੀ ਜਾ ਸਕਦੇ ਹਾਂ ਜੇ ਸਾਨੂੰ ਪਤਾ ਹੋਵੇ ਅਸੀਂ ਆਏ ਕਿੱਥੋਂ ਹੈ। ਸੋ ਉਹ ਪਤਾ ਕਰਦੇ ਫਿਰਦੇ ਹਾਂ ਕਿੱਥੋਂ ਆਏ, ਤਾਂ ਟਿਕਟ ਕਟਾਉਣ ਦੇ ਪੂਰੇ ਪ੍ਰੋਗਰਾਮ 'ਚ ਹੈ ਕਿ ਜਾ ਕੇ ਫਿਰ ਉੱਥੇ ਬਸ ਉਸ ਟ੍ਰੇਨ ਚੜ੍ਹਨ ਦੇ ਮੂਡ 'ਚ ਜਿਹੜੀ ਇੱਕ ਵਾਰੀ ਜਾਂਦੀ ਹੈ ਫਿਰ ਵਾਪਸ ਨਹੀਂ ਹੁੰਦੀ। ਮਸਤ ਬਣਾ ਦੇਣਗੇ ਬੀਬਾ, ਨੱਚਣ ਲਾ ਦੇਣਗੇ ਬੀਬਾ, ਹਾਂ ਮਸਤ ਬਣਾ ਦੇਣਗੇ ਬੀਬਾ, ਨੱਚਣ ਲਾ ਦੇਣਗੇ ਬੀਬਾ, ਉਹ ਨਾ ਜਾਈ ਮਸਤਾਂ ਦੇ ਵੇੜੇ, ਮਸਤ ਬਣਾ ਦੇਣਗੇ ਬੀਬਾ,
ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾਵੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਕਮਾਇਨੀ ਸ਼ਰਮਾ ਤੇ ਤੁਸੀਂ ਸਾਰੇ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਦੋਸਤੋ, ਅੱਜ ਜਿਹੜੇ ਫਨਕਾਰ ਮੇਰੇ ਨਾਲ ਨੇ ਨਾ, ਉਹ ਬੇਪਰਵਾਹ ਵੀ ਹੈ ਤੇ ਲਾਪਰਵਾਹ ਵੀ। ਉਹਨਾਂ ਨੇ ਇੱਕ ਵੱਖਰਾ ਹੀ ਰਾਹ ਅਖਤਿਆਰ ਕੀਤਾ ਔਰ ਅੱਜ ਵੀ ਉਸੇ ਰਾਹ ਤੇ ਤੁਰਦੇ ਜਾ ਰਹੇ ਨੇ। ਲੇਕਿਨ ਅੱਜ ਵੀ ਉਹਨਾਂ ਦੇ ਗੀਤ ਸਾਨੂੰ ਸਾਰਿਆਂ ਨੂੰ ਨਾ ਕੇਵਲ ਪ੍ਰਭਾਵਿਤ ਕਰਦੇ ਨੇ ਬਲਕਿ ਨਾਲ ਦੇ ਨਾਲ ਕਿਤੇ ਨਾ ਕਿਤੇ ਉਤਸ਼ਾਹਿਤ ਵੀ ਕਰਦੇ ਨੇ। ਕਿਸਾਨੀ ਦੀ ਗੱਲ ਕਰੀਏ ਜਾਂ ਫਿਰ ਸਾਡੇ ਵਰਗੇ ਆਮ ਲੋਕਾਂ ਦੀ। ਸੋ ਮੈਂ ਸਵਾਗਤ ਕਰਨਾ ਚਾਹਾਂਗੀ ਕਨਵਰ ਗਰੇਵਾਲ ਜੀ ਦਾ। ਬਹੁਤ ਬਹੁਤ ਸਵਾਗਤ ਹੈ ਭਾਜੀ ਜੀ। ਬਹੁਤ ਬਹੁਤ ਆਦਰ ਸਤਿਕਾਰ ਤੁਹਾਡਾ ਵੀ, ਔਰ ਸਾਡੇ ਇਸ ਨੈਟਵਰਕ ਜ਼ਰੀਏ ਜਿੰਨੇ ਵੀ ਪਰਿਵਾਰ ਸਾਨੂੰ ਸੁਣ ਦੇਖ ਰਹੇ ਹੈ, ਤੁਹਾਡੇ ਸਾਰਿਆਂ ਲਈ ਵੀ ਬਹੁਤ ਬਹੁਤ ਆਦਰ ਸਤਿਕਾਰ। ਸੋ ਵੈਸੇ ਤੇ ਅਸੀਂ ਦੇਖਦੇ ਹਾਂ ਕਿ ਤੁਹਾਡੇ ਗੀਤਾਂ ਦੀ ਜੇਕਰ ਗੱਲ ਕਰੀਏ, ਉਹ ਅੱਜ ਵੀ ਵੱਖਰੇ ਹੀ ਨੇ। ਤੁਸੀਂ ਜਿਹੜਾ ਰਾਹ ਚੁਣਿਆ ਸੀ, ਅੱਜ ਵੀ ਤੁਸੀਂ ਉਸੇ ਰਾਹ 'ਚ ਹੋ। ਤਾਂ ਹਾਲਾਂਕਿ ਬਹੁਤ ਸਾਰੇ ਕਮਿਟ ਵੀ ਕਰਦੇ ਆ ਜਦੋਂ ਆਉਂਦੇ ਵੀ ਹੈ ਤੇ ਵਾਅਦੇ ਵੀ ਕਰਦੇ ਨੇ ਵੀ ਅਸੀਂ ਅਜਿਹੀ ਗਾਇਕੀ ਨੂੰ ਹੀ ਅੱਗੇ ਲੈ ਕੇ ਜਾਵਾਂਗੇ, ਪਰ ਸਮਹਾਓ ਕਮਰਸ਼ੀਅਲ ਹੋ ਜਾਂਦੇ ਨੇ। ਲੇਕਿਨ ਤੁਸੀਂ ਹੁਣ ਐਲਬਮ ਲੈ ਕੇ ਆ ਰਹੇ ਹੋ ਫੁੱਲ ਫਲੈਜਡ। ਬਾਵਜੂਦ ਇਸ ਦੇ ਤੁਹਾਡੇ ਗੀਤ ਕੁਝ ਹੱਦ ਤੱਕ ਮੈਨੂੰ ਅੰਦਾਜ਼ਾ ਹੈ ਕਿ ਕਿਹੋ ਜਿਹੇ ਨੇ, ਕਿਉਂਕਿ ਮੈਂ ਤੁਹਾਨੂੰ ਬਾਅਦ 'ਚ ਦੱਸਾਂਗੀ ਕਿ ਕਿਵੇਂ ਅੰਦਾਜ਼ਾ ਹੈ। ਲੇਕਿਨ ਮੈਂ ਪਹਿਲੇ ਐਲਬਮ ਬਾਰੇ ਜਾਣਨਾ ਚਾਹਾਂਗੀ ਔਰ ਉਸ ਤੋਂ ਪਹਿਲੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਸ਼ੁਕਰੀਆ ਤੁਹਾਡਾ। ਐਲਬਮ ਦਾ ਇੱਦਾਂ ਸੀਗਾ ਜੀ ਕਿ ਬਹੁਤ ਟਾਈਮ ਹੋ ਗਿਆ। ਵੈਸੇ ਵੀ ਮੈਂ ਨਾ ਰਿਲੀਜ਼ ਬਹੁਤ ਘੱਟ ਹੋਇਆ। ਮੈਂ ਖਾੜਾ ਤਾਂ 7 ਵਰਿਆਂ ਦਾ ਕੈਰੀਅਰ ਹੈ ਮੇਰਾ, ਤੇ 7 ਵਰਿਆਂ 'ਚ ਮੈਂ ਖਾੜਾ ਤਾਂ 1250 ਪਲੱਸ ਲਾਤਾ ਆਲ ਓਵਰ ਦਾ ਵਰਲਡ। ਕੀ ਬਾਤ। ਪਰ ਮੈਂ ਇੱਦਾਂ ਰਿਲੀਜ਼ ਨਹੀਂ ਬਹੁਤ ਜ਼ਿਆਦਾ ਹੋਇਆ। ਕਈ ਮੇਰੇ ਆਸੇ-ਪਾਸੇ ਵਾਲੇ ਲੋਕ ਵੀ ਮੈਨੂੰ ਕਹਿੰਦੇ ਯਾਰ ਤੂੰ ਖਾੜਿਆਂ 'ਚ ਹੀ ਦਿਖਦਾ, ਟੀਵੀ 'ਚ ਤਾਂ ਤੂੰ ਆਉਂਦਾ ਨਹੀਂ ਜੀ। ਉਹਦਾ ਕਾਰਨ ਇਹ ਸੀ ਯਾਰ, ਇੱਕ ਦਿਨ ਅਸੀਂ ਬੈਠੇ ਵੈਸੇ ਹੀ ਗਿਣਨ ਲੱਗ ਗਏ ਕਿ ਯਾਰ ਗਾਣੇ ਗੁਣੇ ਕਿੰਨੇ ਕਹੇ ਆ। ਤਾਂ ਮੈਂ ਇੱਦਾਂ ਹੀ ਕਹਿਣ ਲੱਗ ਗਿਆ ਕਿ ਪਹਿਲਾਂ 2 ਟੇਪਾਂ 2013 'ਚ ਆਈਆਂ ਸੀ ਜੀ। ਪਹਿਲਾਂ ਜਦੋਂ ਮੈਂ ਸ਼ੁਰੂ ਹੋਇਆ 2013 'ਚ, ਤੇ ਉਸ ਤੋਂ ਬਾਅਦ ਤੁਸੀਂ ਲਾ ਲਓ ਇੱਕ ਗੀਤ ਆਇਆ ਸੀ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਟਿਕਟਾਂ 2 ਲੈ ਲਈ। ਫਿਰ ਆਇਆ ਸੀ ਇੱਕ ਤੈਨੂੰ ਰਾਂਝਾ ਜਾਣ ਲਿਆ ਵੇ ਮੈਂ ਹੀਰ ਬਣੀ ਤੇਰੀ। ਫਿਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ ਬਾਬਰ ਦੇ ਦਰਬਾਰ, ਤੂੰ ਬਾ ਵੱਜਦਾ ਝਨਾਹ ਤੋਂ ਸੁਣੇ ਪਾਰ ਜੋਗੀ ਆ। ਤੇ ਉਸ ਤੋਂ ਬਾਅਦ ਮੇਰੇ ਖਿਆਲ 'ਚ 1-2 ਗੀਤ ਹੋਰ ਆਏ ਹੋਣਗੇ। 6 ਸਾਲਾਂ 'ਚ 6 ਗੀਤ ਆਏ ਨੇ ਜਿਹੜੇ ਅਫੀਸ਼ੀਅਲੀ ਕਿਸੇ ਕੰਪਨੀ ਨੇ, ਕਿਸੇ ਲੇਬਲ ਨੇ ਰਿਲੀਜ਼ ਕੀਤੇ ਆ। ਸੋ ਲੰਬਾ ਟਾਈਮ ਸੀ। ਤਾਂ ਹੁਣ ਚਿੱਤ ਕਰਦਾ ਸੀ ਕਿ ਕੋਈ ਇਸ ਤਰ੍ਹਾਂ ਦਾ ਕੋਈ ਕਰੀਏ ਕੁਛ। ਸੋ ਹੁਣ ਟਾਈਮ ਸੀ ਸਾਡੇ ਕੋਲੇ। ਤਾਂ ਇੱਕ ਲਾਕਡਾਊਨ ਕਰਕੇ ਸਾਨੂੰ ਕਾਫੀ ਟਾਈਮ ਮਿਲਿਆ। ਅੰਦੋਲਨ 'ਚ ਵੀ ਟਾਈਮ ਬਹੁਤ ਸੋਹਣਾ ਚਲੋ ਜਾਣੀ ਮਹਾਰਾਜ ਨੇ ਉਹ ਦਿੱਤਾ ਗਿਆ। ਤੇ ਨਾਲ ਅਸੀਂ ਇੱਧਰ ਵੀ ਇੱਕ ਸਟੂਡੀਓ 'ਚ ਕੰਮ ਕਰਦੇ ਰਹੇ। ਤਾਂ ਹੁਣ ਅਸੀਂ ਇੱਕ ਸਾਲ ਦਾ ਵੀਰ ਮੇਰੇ ਕਰਿਆ ਸਾਰਾ ਪਲਾਨ ਆਊਟ ਜੀ। 1 ਸਾਲ 12 ਮਹੀਨਿਆਂ 'ਚ 12 ਗੀਤ ਕਰਾਂਗੇ। ਕੀ ਬਾਤ। ਹਰ ਮਹੀਨੇ ਇੱਕ ਗੀਤ ਕਰਾਂਗੇ। ਅੱਜ 26 ਤਰੀਕ ਹੈ ਤੇ ਅੱਜ ਪਹਿਲਾ ਗੀਤ ਜਿਹੜਾ ਸ਼ਾਮ ਨੂੰ 5 ਵਜੇ ਜਿਹੜਾ ਰਿਲੀਜ਼ ਹੋਣਾ। ਸੋ ਇਹ ਬਾਕੀ ਇੱਕ ਆਏ ਸੀ ਜਿਹੜੇ ਆਰਟਿਸਟਾਂ ਨੂੰ ਮੈਂ ਪਿਆਰ ਕਰਦਾ ਨਾ, ਜਿਹੜੇ ਮੈਨੂੰ ਚੰਗੇ ਲੱਗਦੇ ਆ, ਬਹੁਤ ਚੰਗੇ ਲੱਗਦੇ ਆ। ਵੈਸੇ ਸਾਰੇ ਕਲਾਕਾਰ ਹੀ ਚੰਗੇ ਲੱਗਦੇ ਆ, ਪਰ ਜਿਨ੍ਹਾਂ ਨੂੰ ਤੁਸੀਂ ਅਕਸਰ ਕਾਰਾਂ 'ਚ ਆਪਣੀ ਸੁਣਦੇ ਹੋ ਜੀ, ਉਹਨਾਂ 'ਚੋਂ ਕੁਝ ਕਲਾਕਾਰ ਐਸੇ ਸੀ ਕਿ ਜਿਨ੍ਹਾਂ ਨੂੰ ਗਾਉਣ ਨੂੰ ਚਿੱਤ ਕਰਦਾ ਸੀ। ਜਿਵੇਂ ਕਿ ਹੁਣ ਪਹਿਲਾ ਗੀਤ ਅੱਜ ਹੀ ਹੈ, ਜੋਤੀ ਨੂਰਾ ਹੋਣੀ। ਮੈਂ ਉਹਨਾਂ ਦਾ ਆਸ਼ਕ ਹੈ। ਮੈਨੂੰ ਹਾਲਾਂਕਿ ਉਮਰ 'ਚ ਮੈਥੋਂ ਬਹੁਤ ਛੋਟੇ ਨੇ ਉਹ, ਪਰ ਮੈਨੂੰ ਉਹਨਾਂ ਦੀ ਗਾਇਕੀ ਪ੍ਰਭਾਵਿਤ ਕਰਦੀ ਹੈ, ਜਿਵੇਂ ਹੋਰ ਬਹੁਤ ਸਾਰੇ ਸੱਜਣਾਂ ਨੂੰ ਕਰਦੀ ਹੈ। ਮਾਰਫਤ ਗਾਉਂਦੇ ਹੈ। ਤਾਂ ਪਹਿਲਾ ਗੀਤ ਉਹਨਾਂ ਨਾਲ ਹੈ। ਜਿਵੇਂ ਅਗਲਾ ਗੀਤ ਰਿਚਾ ਸ਼ਰਮਾ ਹੋਰਾਂ ਨਾਲ ਹੈ, ਉਹ ਮੈਨੂੰ ਬਹੁਤ ਚੰਗੇ ਲੱਗਦੇ ਆ। ਪਾਕਿਸਤਾਨ ਤੋਂ ਆਰਫ ਲੋਹਾਰ ਸਾਹਿਬ ਹੈ। ਉਸ ਤੋਂ ਅਗਲਾ ਜਾਣੀ ਇਸ ਤਰ੍ਹਾਂ ਦੀਆਂ ਕੋਲੈਬੋਰੇਸ਼ਨ ਹੈ ਨਾ, ਜਿਵੇਂ ਬੇਬੇ ਆਬਿਦਾ ਪ੍ਰਵੀਨ ਹੋਰਾਂ ਨਾਲ ਵੀ ਸਾਡੀ ਗੱਲ ਚੱਲ ਰਹੀ ਹੈ। ਤਾਂ ਜਿਹੜੇ ਪਾਕਿਸਤਾਨ ਤੋਂ ਆਰਟਿਸਟ ਮੈਨੂੰ ਚੰਗੇ ਲੱਗਦੇ ਸੀ ਕਿ 12 ਗੀਤਾਂ ਦੇ ਵਿੱਚ ਚਲੋ ਕੋਈ 6-7 ਗੀਤ ਇਕੱਲਿਆਂ ਗਾ ਲੂੰਗਾ ਮੈਂ, ਪਰ 5-6 ਕੋਲੈਬੋਰੇਸ਼ਨ ਇੱਦਾਂ ਦੀਆਂ ਕਿ ਜਿਹੜੀਆਂ ਜਾਂ ਇੱਧਰਲੇ ਪੰਜਾਬ ਤੋਂ ਜਾਂ ਉੱਧਰਲੇ ਪੰਜਾਬ ਤੋਂ ਜਿਹੜੇ ਆਰਟਿਸਟ ਮੰਝੇ ਹੋਏ ਆਰਟਿਸਟ ਜੀ, ਤਾਂ ਉਹਨਾਂ ਨੂੰ ਜ਼ਰੂਰ ਕਹੂੰਗਾ ਕਿ ਆਪਾਂ ਰਲ ਕੇ ਕੋਈ ਗੀਤ ਗਾਈਏ। ਸੋ ਅੱਜ ਸ਼ੁਰੂਆਤ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਸ ਸ਼ੁਰੂਆਤ ਨੂੰ ਹੀ ਭਰਵਾਂ ਹੁੰਗਾਰਾ ਮਿਲਣ ਵਾਲਾ ਹੈ, ਬਟ ਆਈ ਐਮ ਸ਼ੋਰ ਕਿ ਪੂਰੀ ਐਲਬਮ ਨੂੰ ਹੀ ਲੋਕੀ ਬਹੁਤ ਪਿਆਰ ਦੇਣਗੇ। ਔਰ ਉਹਦੇ ਵਿੱਚੋਂ ਇੱਕ ਖਾਸ ਜਿਹੜਾ ਤੁਹਾਡਾ ਗੀਤ ਤੁਸੀਂ ਤਿਆਰ ਕੀਤਾ, ਉਹਦਾ ਮੈਨੂੰ ਵੀ ਬਹੁਤ ਖਾਸੀ ਉਡੀਕ ਹੈ। ਔਰ ਕਿਉਂਕਿ ਮੈਂ ਸ਼ਿਵ ਜੀ ਦੀ ਭਗਤ ਹਾਂ, ਸੋ ਮੈਨੂੰ ਲੱਗਦਾ ਕਿ ਤੁਹਾਨੂੰ ਕਿਤੇ ਨਾ ਕਿਤੇ ਆਈਡੀਆ ਲੱਗ ਗਿਆ ਹੋਵੇਗਾ। ਤੁਸੀਂ ਸੁਣ ਰੱਖਿਆ? ਮੈਂ ਜੀ ਬਿਲਕੁਲ ਸੁਣਿਆ ਸੀ, ਕਿਉਂਕਿ ਜਿੱਦਾਂ ਕਿ ਪਹਿਲੇ ਵੀ ਜ਼ਿਕਰ ਹੋਇਆ ਸੀਗਾ ਬਾਈ ਮੰਨਾ ਜੀ ਦਾ। ਸੋ ਆਪਾਂ ਉਹਨਾਂ ਦੀ ਇੰਟਰਵਿਊ ਕਰਨ ਗਏ ਸੀ ਔਰ ਮੈਂ ਤੁਹਾਡੀ ਗਾਇਕੀ ਦੀ ਬਹੁਤ ਜ਼ਿਆਦਾ ਮੈਨੂੰ ਇਨਫਲੂਐਂਸ ਕਰਦੀ ਹੈ। ਬਹੁਤ ਸ਼ੁਕਰੀਆ ਜੀ। ਸੋ ਉਹ ਕੰਮ ਕਰ ਰਹੇ ਸੀ ਔਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਇਹ ਸ਼ਿਵ ਸਤੋਤਰ ਟਾਈਪ ਹੈ? ਮੈਨੂੰ ਕਹਿੰਦੇ ਹਾਂਜੀ। ਮੈਂ ਕਿਹਾ ਇਹ ਤੁਸੀਂ ਕੀਤਾ? ਕਹਿੰਦੇ ਇਹ ਵੀਰੇ ਦਾ ਹੈ। ਸੋ ਮੈਨੂੰ ਬਹੁਤ ਵਧੀਆ ਲੱਗਿਆ ਔਰ ਉਦੋਂ ਦੀ ਉਹਦੀ ਜੋ ਧੁਨ ਹੈ ਉਹ ਮੇਰੇ ਦਿਮਾਗ 'ਚ ਵਸੀ ਹੋਈ ਹੈ ਔਰ ਮੈਨੂੰ ਖਾਸਾ ਇੰਤਜ਼ਾਰ ਹੈ ਕਿ ਉਹ ਜਲਦੀ ਆਏਗਾ। ਉਹ ਵੀਰ ਮੇਰੇ ਖਿਆਲ 'ਚ ਇਸ ਐਲਬਮ ਦਾ 4ਥਾ ਜਾਂ 5ਵਾਂ ਗੀਤ ਹੋਊਗਾ, ਕਿਉਂਕਿ ਉਹ ਨਾ ਕਨਸੈਪਟ ਬਹੁਤ ਵੱਡਾ ਹੈ। ਹਾਂਜੀ। ਉਹਨੂੰ ਮਿਊਜ਼ੀਕਲੀ ਉਸ ਤਰ੍ਹਾਂ ਡਿਜ਼ਾਈਨ ਕਰਨਾ, ਫਿਰ ਉਹਨੂੰ ਉਹਦਾ ਗਾਉਣਾ, ਤੇ ਉਸ ਤੋਂ ਵੱਡਾ ਚੈਲੰਜ ਹੈ ਉਹਦਾ ਵੀਡੀਓ ਕਰਨਾ।
ਮੇਰੇ ਖਿਆਲ ਚ ਉਹਨੂੰ ਪੈਨ ਇੰਡੀਆ ਸ਼ੂਟ ਕਰਾਂਗੇ ਅਸੀਂ। ਅੱਛਾ, ਜਾਨੀ ਜਿਵੇਂ ਹੁੰਦਾ ਨਾ ਇੱਕ ਵੈਨ ਚ ਬੈਠ ਕੇ ਲੰਘ ਗਏ ਤੇ 15-20 ਦਿਨ ਤੁਸੀਂ ਸ਼ੂਟ ਕਰਦੇ ਹੋ ਜੀ, ਤੇ ਉਹ ਉਸ ਤਰ੍ਹਾਂ ਦਾ ਕਨਸੈਪਟ ਹੋਊਗਾ। ਉਹਦੇ ਲਈ ਕਾਫੀ ਮਿਹਨਤ ਕਰਨੀ ਪੈਣੀ ਹੈ। ਮੈਨੂੰ ਲੱਗਦਾ ਹੈ ਮਤਲਬ ਸ਼ਾਇਦ ਹੀ ਕਦੀ ਤੁਹਾਨੂੰ ਦੇਖਿਆ ਹੋਇਆ ਕਿ ਤੁਸੀਂ ਕਮਰਸ਼ੀਅਲੀ ਵੀ ਗੀਤਾਂ ਦੇ ਨਾਲ ਹੈ ਨਾ ਕੁਝ ਪਲੈਨਿੰਗ ਕੀਤੀਆਂ ਹੋਣ ਜਾਂ ਕੁਝ ਅਜਿਹਾ ਗੀਤਾਂ ਨੂੰ ਲੈ ਕੇ ਤੁਰੇ ਹੋ, ਬਸ ਤੁਸੀਂ ਗਾਉਂਦੇ ਹੋ ਔਰ ਉਹ ਤੁਹਾਡੇ ਗਾਣੇ ਜਿਹੜੇ ਨੇ ਉਹ ਮਕਬੂਲ ਹੋ ਜਾਂਦੇ ਨੇ। ਪਰ ਮੈਂ ਜ਼ਰੂਰ ਗੱਲ ਕਰਨਾ ਚਾਹਾਂਗੀ ਕਿਉਂਕਿ ਗਾਇਕੀ ਜਿੱਦਾਂ ਤੁਹਾਡੇ ਲਈ ਗਾਇਕੀ ਕੁਝ ਵੱਖਰੀ ਹੈ, ਹਰ ਇੱਕ ਕਲਾਕਾਰ ਦੇ ਲਈ ਗਾਇਕੀ ਦੀ ਡੈਫੀਨੇਸ਼ਨ ਕਿਤੇ ਨਾ ਕਿਤੇ ਵੱਖ ਹੋ ਚੁੱਕੀ ਹੈ ਜੋ ਸਾਨੂੰ ਉਹਨਾਂ ਦੀ ਹੀ ਗਾਇਕੀ ਦੇ ਵਿੱਚ ਨਜ਼ਰ ਆਉਂਦੀ ਹੈ ਭਾਜੀ। ਸੋ ਕੀ ਤੁਹਾਡੀ ਨਜ਼ਰ ਦੇ ਵਿੱਚ ਅੱਜ ਇਹ ਗੱਲ ਕਿੱਥੋਂ ਤੱਕ ਸੱਚਾਈ ਦੇ ਨਾਲ ਖੜਦੀ ਹੈ ਕਿ ਜਦੋਂ ਤੱਕ ਕਿਸੇ ਗੀਤ ਤੇ 15 ਲੱਖ 10 ਲੱਖ ਨਹੀਂ ਲਾ ਦਿੱਤਾ ਜਾਂਦਾ, ਜਦੋਂ ਤੱਕ ਉਹਦੀ ਵੀਡੀਓ ਪ੍ਰਭਾਵਿਤ ਨਹੀਂ ਬਣਾ ਦਿੱਤੀ ਜਾਂਦੀ, ਉਹ ਗਾਣਾ ਹਿੱਟ ਨਹੀਂ ਹੁੰਦਾ? ਦੇਖ ਵੀਰ ਮੇਰੇ ਨਾਲ ਤਾਂ ਨਹੀਂ ਇਦਾਂ ਵਾਪਰਿਆ। ਮੈਂ ਤਾਂ ਜਿਉਂਦੀ ਜਾਗਦੀ ਐਗਜ਼ਾਮਪਲ ਤੇਰੇ ਸਾਹਮਣੇ ਕਿ ਪਹਿਲਾ ਗੀਤ ਸੀ ਨਾ ਜਿਹੜਾ ਜਿਨ੍ਹਾਂ ਨੂੰ ਤੂੰ ਦੱਸਦਾ ਕੋਈ ਹੋਰ ਹੀ ਅੱਖਾਂ ਨੇ। ਮੇਰਾ ਦੋਸਤ ਹੈ KV ਸਿੰਘ, ਬਰਨਾਲੇ ਤੋਂ ਹੈ ਜੀ, ਤੇ ਬਾਬਾ ਬੇਲੀ ਹੋਰਾਂ ਨੇ ਉਹ ਗੀਤ ਲਿਖਿਆ ਸੀ, ਯੂਨੀਵਰਸਿਟੀ ਅਸੀਂ ਇਕੱਠੇ ਪੜ੍ਹੇ। 7 ਰੁਪਈਆਂ 'ਚ ਗੀਤ ਬਾਬੇ ਨੇ ਮੈਨੂੰ ਦਿੱਤਾ ਸੀ। ਅੱਛਾ। ਹਾਂ, ਜਿਸ ਦਿਨ ਉਹ ਗੀਤ ਪਹਿਲੇ ਦਿਨ ਮੈਂ ਲੈਣ ਗਿਆ ਉਦੋਂ ਤੋਂ ਮੈਨੂੰ ਕਹਿੰਦਾ, ਮੇਰੇ ਯਾਦ ਹੈ ਯੂਨੀਵਰਸਿਟੀ ਦੇ ਪਿੱਛੇ ਇੱਕ ਸ਼ੇਖੂਪੁਰਾ ਪਿੰਡ ਹੈ ਤਾਂ ਉੱਥੇ ਰਹਿੰਦਾ ਹੁੰਦਾ ਸੀ ਬਾਬਾ ਬੇਲੀ, ਭਰਾ ਮੇਰਾ ਉਹ। ਤਾਂ ਮੈਨੂੰ ਕਹਿੰਦਾ ਵੀ 7 ਰੁਪਏ ਲਵਾਂਗਾ ਤੇ ਇੱਕ ਐਸੀ ਚੀਜ਼ ਸੁਣਾ ਕੇ ਜਾ ਜਿਹਦੇ ਨਾਲ ਮੈਂ ਰੋਵਾਂ। ਮੈਂ ਕਿਹਾ ਯਾਰ ਹੁਣ 7 ਵਾਲਾ ਸੌਦਾ ਤਾਂ ਠੀਕ ਆ, ਪਰ ਹੁਣ ਰਵਾਉਣ ਵਾਲਾ ਕੰਮ ਤਾਂ ਮੈਂ ਕਿਹਾ ਬੈਰਾਗ। ਹੁਣ ਮੈਂ ਕਿਹਾ ਮੈਂ ਐਡੀ ਕੀ ਮੇਰੀ ਹਸਤੀ ਕਿ ਮੈਂ ਤੈਨੂੰ ਰਵਾਈ ਦੇਵਾਂ। ਉਹਨਾਂ ਦਿਨਾਂ 'ਚ ਮੈਂ ਗੀਤ ਗਾਉਂਦਾ ਸੀ, ਮੈਂ ਲੱਜਪਾਲਾਂ ਦੇ ਲੜ ਲੱਗੀ ਆ, ਮੇਰੇ ਤੋਂ ਗਮ ਪਰੇ ਰਹਿੰਦੇ, ਹੈ ਨਾ। ਉਹ ਗੀਤ ਸੁਣਾਇਆ, ਚਲੋ ਖੈਰ ਅਸਰ ਆਇਆ ਗੀਤ ਦਾ, ਤਾਂ ਬਾਬਾ ਬੇਲੀ ਰੋਇਆ ਵੀ। ਉਹ ਗੀਤ ਦਿੱਤਾ ਤਾਂ ਉਹਨੂੰ ਕੁਟੀਆ 'ਚ ਹੀ ਉੱਥੇ ਮੈਂ ਬਰੋਟੇ ਨਾਲ ਢੋਲ ਲਾਈ ਬੈਠਾ, ਉੱਥੇ ਸ਼ੂਟ ਕਰ ਲਿਆ ਸੀ। ਉਹ ਦੀਪ ਹੋਰਾਂ ਨੇ ਸ਼ੂਟ ਕੀਤਾ ਤਾਂ ਇਹਨਾਂ ਨੇ ਇੱਦਾਂ ਹੀ YouTube 'ਤੇ ਪਾਤਾ ਉਸ ਗੀਤ ਨੂੰ। ਤਾਂ ਉਹ ਮੇਰੀ ਜ਼ਿੰਦਗੀ ਦਾ ਪਹਿਲਾ ਗੀਤ ਸੀ। ਕੋਈ ਪ੍ਰਮੋਸ਼ਨ ਨਹੀਂ ਉਹਦੀ, ਕੋਈ YouTube ਐਡ ਨਹੀਂ, ਕੁਛ ਨਹੀਂ ਆ, ਕੋਈ ਉਹਦਾ ਵੀਡੀਓ ਵੀ ਸਰਦਾ ਵਰਦਾ ਜਿਹਾ ਵੀਡੀਓ ਸੀ। ਉਸ ਤੋਂ ਬਾਅਦ ਅਗਲੀ ਟੇਪ ਸੀ ਜਿਹੜੀ ਜਿਹਦੇ 'ਚ ਨਾ ਜਾਈ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ, ਇਸ਼ਕ ਬੁੱਲੇ ਨੂੰ, ਜਾਂ ਨਾ ਕੋਈ ਤੈਥੋਂ ਪਹਿਲਾਂ ਸੀ ਵੇ ਨਾ ਤੈਥੋਂ ਬਾਅਦ, ਜਾਂ ਰਮਜ਼ਾਂ ਯਾਰ ਦੀਆਂ, ਇਹ ਸਾਰੇ ਗੀਤ ਪਹਿਲੀ ਟੇਪ ਸੀ। ਹਾਂਜੀ। ਤਾਂ ਉਹ ਟੇਪ ਸਾਰੀ ਤੁਸੀਂ ਯਕੀਨ ਕਰਿਓ, ਅਸੀਂ ਇੰਦਰਲੋਕ ਸਟੂਡੀਓ ਲੁਧਿਆਣੇ, ਸਾਰੀ ਟੇਪ ਮੈਂ ਘੰਟੇ 'ਚ ਗਾਤੀ ਸੀ। ਮੇਰੇ ਨਾਲ ਜਿਹੜੇ ਮਿਊਜ਼ੀਸ਼ੀਅਨ ਸੀ, ਇੰਦਰਲੋਕ ਬਹੁਤ ਵੱਡਾ ਸਟੂਡੀਓ ਸੀ, ਸਾਰਿਆਂ ਦੇ ਮਾਈਕ ਲਾਤੇ ਉੱਥੇ, ਬਾਈ ਜੀ ਹੁਣੀ ਜਿਹੜੇ ਸੀਗੇ ਰਿਕਾਰਡਿਸਟ, ਤਾਂ ਲਾ ਕੇ ਉਹਨਾਂ ਨੇ ਘੰਟੇ 'ਚ ਅਸੀਂ ਟੇਪ ਗਾ ਕੇ ਸਾਰੀ ਆ ਗਏ। ਮਾਈਨਰ ਜੀ ਉਹਦੀ ਕੋਈ ਮਿਕਸਿੰਗ ਮਾਸਟਰਿੰਗ ਹੋਈ ਹੋਊਗੀ। ਅਤੇ ਇੱਦਾਂ ਹੀ ਗੁਰੂ ਨਾਨਕ ਭਵਨ 'ਚ ਲੁਧਿਆਣੇ ਇੱਕੇ ਦਿਨ ਬੈਠ ਕੇ ਉੱਥੇ ਸਰਦਾਰ ਰਜਿੰਦਰ ਸਿੰਘ ਹੋਰਾਂ ਨੇ ਫਾਈਨ ਟੋਨ ਕੰਪਨੀ ਤੋਂ ਆਈ ਸੀ ਉਹ ਟੇਪ, ਉਹਨਾਂ ਨੇ ਬਿਠਾ ਕੇ ਬਸ, ਤੇ ਕੁਛ ਉੱਥੇ ਰਿਸ਼ਤੇਦਾਰ ਸੱਦ ਲਏ, ਦੋਸਤ ਮਿੱਤਰ ਸੱਦ ਲਏ, ਅਤੇ ਅਸੀਂ 2-3 ਘੰਟੇ 'ਚ ਸਾਰੀ ਉਹ ਬਸ ਉੱਦਾਂ ਹੀ ਹੁੰਦਾ ਨਹੀਂ ਕਿ ਇੱਕ ਫਰੇਮ 'ਚ ਸ਼ੂਟ ਕਰ ਲਿਆ ਬਸ ਸਟੇਜ 'ਤੇ ਬੈਠੇ। ਉਹ ਟੇਪ ਰਿਲੀਜ਼ ਹੋ ਗਈ। ਅਤੇ ਮੈਨੂੰ ਲੱਗਦਾ ਕਿ ਇਸ ਸਦੀ ਦੇ 21 ਵਰ੍ਹੇ ਹੋ ਗਏ, 21 ਵਰ੍ਹਿਆਂ ਦੀ ਮੈਨੂੰ ਲੱਗਦਾ ਸਭ ਤੋਂ ਵੱਧ ਵਿਕਣ ਵਾਲੀ ਟੇਪ ਆ ਉਹ ਜੀ। ਉਹ ਬੱਸਾਂ 'ਚ ਕੀ, ਟਰੱਕਾਂ 'ਚ ਕੀ, ਕਾਰਾਂ 'ਚ ਕੀ, ਬਾਹਰਲੇ ਮੁਲਕਾਂ 'ਚ ਕੀ, ਇੱਥੇ ਕੀ, ਮੈਨੂੰ ਨਹੀਂ ਲੱਗਦਾ ਕਿਸੇ ਨੇ ਉਹ ਗੀਤ ਨਹੀਂ ਸੁਣੇ ਹੋਣੇ। ਸੋ ਲੱਖਾਂ ਦੇ ਵਿੱਚ ਉਹ CD ਵਿਕੀ ਸੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਲਫ਼ਜ਼ਾਂ ਦਾ, ਤੁਹਾਡੀ ਗਾਇਕੀ ਦਾ, ਤੁਹਾਡੇ ਔਰੇ ਦਾ ਅਤੇ ਤੁਹਾਡੀ ਨੀਅਤ ਦਾ, ਮੇਰੇ ਖਿਆਲ 'ਚ ਸਾਰੀਆਂ ਚੀਜ਼ਾਂ ਕੋਲੈਬੋਰੇਟ ਕਰਦੀਆਂ, ਉਹ ਇੱਕ ਅਸਰ ਬਣਦਾ ਹੈ। ਜਦੋਂ ਅਸਰ ਤੁਹਾਡਾ ਮਹਾਰਾਜ ਨਹੀਂ ਉਹ ਆਡੀਅנס 'ਤੇ ਪੈਂਦਾ ਹੈ ਨਾ, ਤਾਂ ਫਿਰ ਵਕਤੇ ਦਾ ਅਤੇ ਸਰੋਤੇ ਦਾ ਇੱਕ ਉਹ ਤਾਲਮੇਲ ਬਣਦਾ, ਅਤੇ ਉਹ ਚੀਜ਼ਾਂ ਮਕਬੂਲ ਹੁੰਦੀਆਂ ਨਾ। ਕਿ ਨੋ ਡਾਊਟ ਅੱਜ ਯੁੱਗ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ, ਆਪਾਂ ਮੁੱਕਰ ਨਹੀਂ ਸਕਦੇ ਇਸ ਚੀਜ਼ ਤੋਂ ਵੀ। ਸਭ ਚੀਜ਼ਾਂ ਮੇਰੇ ਖਿਆਲ 'ਚ ਆਪਣੀ ਆਪਣੀ ਥਾਂ 'ਤੇ ਜਾਇਜ਼ ਨੇ, ਪਰ ਮੇਰੇ ਖਿਆਲ 'ਚ ਕਿ ਜਿਹੜਾ ਉਹ ਅਸਰ ਅਤੇ ਨੀਅਤ ਹੈ ਨਾ, ਉਹ ਪਿਓਰਿਟੀ ਬੇਸ 'ਤੇ ਹੁੰਦੀ ਹੈ। ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਸੈਕੰਡਰੀ ਨੇ। ਤਾਂ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ, ਪਰ ਖੈਰ ਉਹੀ ਗੱਲ ਆ ਜਾਂਦੀ ਹੈ ਕਿ ਸੋਚ ਹੈ ਆਪਣੀ। ਕਈਆਂ ਨੂੰ ਇਹ ਲੱਗਦਾ ਹੈ ਕਿ ਲੋਕੀ ਸੁਣਦੇ ਨਹੀਂ ਹੈ, ਜੇ ਅਸੀਂ ਵਧੀਆ ਗਾਇਕੀ ਵੀ ਲੈ ਕੇ ਆਈਏ ਸਾਡੇ ਵਿਊਜ਼ ਨਹੀਂ ਆਉਂਦੇ, ਲੋਕਾਂ ਨੂੰ ਪਸੰਦ ਨਹੀਂ ਹੈ। ਸੋ ਡਿਮਾਂਡ ਤੌਰ 'ਤੇ ਅਸੀਂ ਲੋਕਾਂ ਦੇ ਲਈ ਅਜਿਹੀ ਗਾਇਕੀ। ਤੁਹਾਡੀ ਗੱਲ ਵਿੱਚੋਂ ਕੱਢਦਾ, ਮੈਂ ਪਰਸੋਂ ਚੌਥੇ ਨਾ ਬੈਠਾ, ਸਰਤਾਜ ਸਾਹਿਬ ਦੀ ਇੱਕ ਇੰਟਰਵਿਊ ਕਿਤੇ ਚੱਲਦਿਆਂ ਮੇਰੀ ਅੱਖਾਂ ਸਾਹਮਣੇ ਆ ਗਈ, ਮੈਂ ਬੈਠ ਕੇ ਸੁਣਨ ਲੱਗ ਗਿਆ ਜੀ। ਤਾਂ ਇੱਦਾਂ ਹੀ ਤੁਹਾਡੇ ਵਾਂਗੂ ਨਾ ਸਵਾਲ ਕੀਤਾ ਉਹਨਾਂ ਨੂੰ, ਤਾਂ ਉਹਨਾਂ ਦਾ ਜਵਾਬ ਬੜਾ ਸੋਹਣਾ ਸੀ, ਸੱਚ ਸੀ ਉਹ ਜਵਾਬ। ਉਹ ਕਹਿੰਦੇ ਵੀ ਕਿ ਨਾ ਗਾਉਣ ਵਾਲਾ 2 ਤਰੀਕਿਆਂ ਨਾਲ ਗਾਉਂਦਾ ਹੈ। ਇੱਕ ਤਾਂ ਉੱਦਾਂ ਗਾਉਂਦਾ ਹੈ ਕਿ ਲੋਕ ਸੈਟਿਸਫਾਈ ਕਰਨੇ ਆ ਮੈਂ, ਇੱਕ ਹੁੰਦਾ ਕਿ ਮੈਂ ਆਪ ਸੈਟਿਸਫਾਈ ਹੋਣਾ ਜੀ। ਤਾਂ ਉਹਨਾਂ ਦਾ ਜਵਾਬ ਸੀ ਕਿ ਮੈਂ ਆਪਣੇ ਗੀਤਾਂ ਨੂੰ ਗਾ ਕੇ ਆਪ ਸੈਟਿਸਫਾਈ ਹੁੰਦਾ ਜੀ, ਤਾਂ ਉਸ ਤੋਂ ਬਾਅਦ ਬੇਸ਼ੱਕ ਮੇਰੇ ਸਰੋਤੇ ਵੀ ਸੈਟਿਸਫਾਈ ਹੁੰਦੇ। ਹੁਣ ਇਹ ਜਵਾਬ ਤੁਹਾਨੂੰ ਤਾਂ ਕਰਕੇ ਇੰਨਾ ਵਧੀਆ ਲੱਗਿਆ ਕਿਉਂਕਿ ਤੁਸੀਂ ਤੁਹਾਡੀ ਸ਼ਖਸੀਅਤ ਮੇਰਾ ਵੀ ਹਿਸਾਬ ਕਿਤਾਬ ਉੱਦਾਂ ਦਾ ਹੀ ਹੈ ਕੁਛ, ਕਿ ਮੈਨੂੰ ਆਪਣੇ ਆਪ ਨੂੰ ਪਹਿਲਾਂ ਮੇਰਾ ਸੈਟਿਸਫੈਕਸ਼ਨ ਲੈਵਲ ਹੈ ਜਿਹੜਾ ਉਹ ਪ੍ਰੋਪਰ ਹੋਣਾ ਚਾਹੀਦਾ। ਤਾਂ ਜੇ ਮੈਂ ਆਪ ਖੁਸ਼ ਹਾਂ ਅਤੇ ਮੈਂ ਆਪ ਦੀ ਖੇਤੀ ਜਿਹੜੀ ਸ਼ਬਦਾਂ ਦੀ ਸੰਗੀਤ ਦੀ ਕਰਦਾ, ਜੇ ਮੈਨੂੰ ਆਪ ਨੂੰ ਚੈਨ ਦਿੰਦੀ ਹੈ,
ਤਾਂ ਬੇਸ਼ੱਕ ਜਿਹੜੇ ਕੋਈ ਰੱਬ ਘਰ ਦੀਆਂ ਗੱਲਾਂ ਸੁਣਨ ਵਾਲੇ ਜਾਂ ਕੋਈ ਸਾਡੀਆਂ ਸੋਸ਼ਲ ਗੱਲਾਂ, ਸਾਡੇ ਰਿਸ਼ਤੇ ਨਾਤਿਆਂ ਦੀਆਂ ਗੱਲਾਂ ਸੁਣਨ ਵਾਲੇ ਆ, ਜਾਂ ਸਾਡੇ ਆਲ ਓਵਰ ਪੰਜਾਬ ਦੀਆਂ ਗੱਲਾਂ ਸੁਣਨ ਵਾਲੇ, ਉਹ 'ਚ ਬਹੁਤ ਸਾਰੇ ਕਨਸੈਪਟ ਆ ਜਾਂਦੇ ਆ, ਸਾਡੀ ਭਾਸ਼ਾ ਆ ਜਾਂਦੀ ਹੈ, ਸਾਡਾ ਗਿਆਨ ਆ ਜਾਂਦਾ ਹੈ, ਸਾਡਾ ਧਰਮ ਆ ਜਾਂਦਾ ਹੈ, ਸਾਡੀ ਰਾਜਨੀਤੀ ਆ ਜਾਂਦੀ ਹੈ, ਹੈ ਨਾ, ਸਾਡੀ ਰੋਜ਼ਮਰਾ ਦੀ ਜ਼ਿੰਦਗੀ ਆ ਜਾਂਦੀ ਹੈ। ਸੋ ਇਹਨਾਂ 'ਚੋਂ ਹੀ ਗੀਤ ਨਿਕਲਦੇ ਆ। ਮੈਨੂੰ ਲੱਗਦਾ ਕਿ ਜਦੋਂ ਇੱਦਾਂ ਅਸੀਂ ਗੁੰਦ ਕੇ ਇਹ ਸਾਰੀਆਂ ਚੀਜ਼ਾਂ 'ਚੋਂ, ਫਲਸਫਿਆਂ 'ਚੋਂ ਗੀਤ ਕੱਢ ਕੇ ਗਾਉਣੇ ਆ ਨਾ, ਤੇ ਆਪਣੇ ਆਪ ਨੂੰ ਚੈਨ ਮਿਲਦਾ ਕਿ ਇੱਕ ਤਾਂ ਅਸੀਂ ਉਹ ਕੰਮ ਕਰ ਰਹੇ ਹਾਂ ਮਹਾਰਾਜ ਦੀ ਕਿਰਪਾ ਨਾਲ ਜੋ ਸਾਨੂੰ ਕਰਨਾ ਚਾਹੀਦਾ, ਜੋ ਇੱਕ ਗਵਈਏ ਨੂੰ ਕਰਨਾ ਚਾਹੀਦਾ। ਬਿਲਕੁਲ। ਤੁਸੀਂ ਗੱਲ ਕੀਤੀ ਕਿ 21 ਵਰਿਆਂ ਦੇ ਵਿੱਚ ਤੁਹਾਡੀ ਪਹਿਲੀ ਐਲਬਮ ਦੀ CD ਵਿਕਣ ਵਾਲੀ, ਸਭ ਤੋਂ ਜ਼ਿਆਦਾ ਵਿਕਣ ਵਾਲੀ ਤੁਹਾਡੀ ਉਹ ਐਲਬਮ ਸੀ। ਤੁਹਾਡੇ ਚਾਹਣ ਵਾਲਿਆਂ ਨੇ ਤੁਹਾਡੇ ਗੀਤ ਸੁਣੇ, ਸੁਣ ਕਮਲੇ ਹੋ ਗਏ, ਜਿਨ੍ਹਾਂ ਵਿੱਚੋਂ ਮਸਤ ਬਣਾ ਦੇਣਗੇ ਬੀਬਾ ਮੇਰਾ ਵੀ ਬੜਾ ਮੋਸਟ ਪਰਸਨਲ ਫੇਵਰੇਟ ਗੀਤ ਹੈ। ਉੱਦਾਂ ਹੀ ਇੱਕ ਗੀਤ ਨੂੰ ਸੁਣ ਕੇ ਕਦੀ ਕਮਰ ਵੀ ਬਹੁਤ ਕਮਲੇ ਹੋਏ ਸੀਗੇ, ਜਿਨ੍ਹਾਂ ਨੂੰ, ਜਿਸ ਗੀਤ ਨੂੰ ਉਹਨਾਂ ਨੇ 1000 ਦਫਾ ਸੁਣਿਆ। ਮੈਂ ਉਹ ਗੀਤ ਤੁਹਾਡੇ ਕੋਲੋਂ ਅੱਜ 2 ਲਾਈਨਾਂ ਸੁਣਾਂਗਾ। ਜੀ ਬਿਲਕੁਲ। ਔਖੇ ਪੈਂਦੇ ਲੰਮੀਆਂ ਨੇ ਰਾਵਾਂ ਇਸ਼ਕ ਦੀਆਂ, ਦਰਦ ਜ਼ਿਗਰ ਸਖਤ ਸਜ਼ਾਵਾਂ ਇਸ਼ਕ ਦੀਆਂ, ਅੱਲਾ ਅੱਲਾਹੂ ਅੱਲਾਹੂ। ਕਿਆ ਬਾਤ ਹੈ। ਇਹ ਤਾਂ ਮੈਂ ਅੱਜ ਵੀ ਜੀ ਜਿਸ ਤੁਹਾਨੂੰ ਕਹਾਂ ਨਾ, ਤਾਂ ਹੁਣ ਵੀ ਮੈਂ ਰੋਜ਼ ਪਤਾ ਨਹੀਂ ਕਿੰਨੇ ਵਾਰੀ ਗਾਉਣਾ। ਇਹ ਤਾਂ ਸਾਈਂ ਸਾਹਿਬ ਨੇ ਜਾਣੀ ਮੇਰੇ ਖਿਆਲ 'ਚ ਮੇਰੇ ਲਈ ਜੇ ਰੋਣ ਵਾਲਾ ਸਭ ਤੋਂ ਵਧੀਆ ਸੌਦਾ ਨਾ, ਜੇ ਕਿਤੇ ਕਹਿਣਾ ਹੋਵੇ ਕਿ ਅੱਖਾਂ ਦੀਆਂ ਭਰਨ ਨੂੰ ਜੀ ਕਰਦਾ, ਮਨ ਜਾਂ ਹੌਲਾ ਕਰਨ ਨੂੰ ਜੀ ਕਰਦਾ, ਤਾਂ ਇਹ ਉਹ ਗੀਤ ਨੇ ਕਿ ਜਿਹੜੇ ਮੇਰੀ ਬਹੁਤ ਹੈਲਪ ਕਰਦੇ ਆ। ਪਰ ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਆਰਟਿਸਟ ਬੜਾ ਕੂਲਾ ਹੁੰਦਾ ਹੈ ਨਾ, ਤੇ ਤੁਸੀਂ ਕਿਹਾ ਸੀਗਾ ਕਿਤੇ ਕਿ ਮੈਂ ਬੜਾ ਬੇਪਰਵਾਹ, ਬੜਾ ਲਾਪਰਵਾਹ ਕਿਸਮ ਦਾ ਇਨਸਾਨ ਆ, ਹੈ ਨਾ, ਮੈਂ ਬਹੁਤ ਕੁਦਰਤ ਤੇ ਤੁਸੀਂ ਬਹੁਤ ਯਕੀਨ ਕਰਦੇ ਹੋ ਕਿ ਮਿਹਨਤ ਕਰਨਾ ਸਾਡਾ ਕੰਮ ਆ, ਮੁੱਲ ਪਾਉਣਾ ਉਸ ਕੁਦਰਤ ਦਾ, ਰੱਬ ਦਾ ਕੰਮ ਹੈ ਜੀ। ਲੇਕਿਨ ਅੱਜ ਜੋ ਕੁਝ ਚੱਲ ਰਿਹਾ ਸਾਡੇ ਸਮਾਜ ਦੇ ਵਿੱਚ, ਸਾਡੇ ਆਲੇ ਦੁਆਲੇ, ਕੀ ਉਹ ਬੇਪਰਵਾਹੀ ਔਰ ਲਾਪਰਵਾਹੀ ਅਜੇ ਵੀ ਅਜਿਹੀ ਹੈ, ਜਾਂ ਫਿਰ ਅੱਜ ਖੁਦ ਦੇ ਨਾਲ ਗੱਲਾਂ ਕਰਦੇ ਹੋ, ਸਵਾਲ ਕਰਦੇ ਹੋ? ਇੰਡੀਵਿਜੂਅਲੀ ਮੈਨੂੰ ਪੁੱਛ ਰਹੇ ਹੋ ਕਿ ਮੈਂ ਉੱਦਾਂ ਨਹੀਂ ਹਾਂ? ਹਾਂ, ਕੋਈ ਫਰਕ ਨਹੀਂ ਪਿਆ, ਕਿਉਂਕਿ ਦੇਖੋ ਤੁਸੀਂ 2 ਪਾਸੇ ਵਿਚਰਦੇ ਹੋ। ਇੱਕ ਤਾਂ ਤੁਸੀਂ ਆਪਣੇ ਤਨ ਲਈ ਵਿਚਰਦੇ ਹੋ ਪਹਿਲਾਂ। ਬੇਸ਼ੱਕ ਮੈਂ ਸੰਤ ਨਹੀਂ ਹੈਗਾ, ਹੈ ਨਾ। ਸਭ ਤੋਂ ਪਹਿਲਾਂ ਮੇਰਾ ਕੀ ਸੀ ਕਿ ਮੇਰੇ ਮਾਂ-ਬਾਪ, ਹੈ ਨਾ, ਮੇਰੇ ਭੈਣ ਭਰਾ, ਮੇਰਾ ਪਰਿਵਾਰ, ਮੇਰੇ ਦੋਸਤ ਮਿੱਤਰ, ਉਹ ਆਲਾ ਦੁਆਲਾ ਜਿਹਾ ਸੌਖਾ ਹੋਣਾ ਚਾਹੀਦਾ। ਮੇਰੀਆਂ ਕੁਛ ਲੋੜਾਂ ਸੀ, ਜ਼ਰੂਰਤਾਂ ਸੀ ਮੇਰੀਆਂ, ਜਦੋਂ ਮੈਂ ਯੂਨੀਵਰਸਿਟੀ 'ਚ ਪੜ੍ਹਦਾ ਹੁੰਦਾ ਸੀ ਜੀ। ਜਦੋਂ ਤੁਸੀਂ ਹੁਣ ਮੇਰੇ ਗੀਤਾਂ ਨੂੰ ਮੈਨੂੰ ਬਿਨਾਂ ਦੱਸੇ ਮੈਥੋਂ ਗਵਾ ਰਹੇ ਹੋ, ਤਾਂ ਬੇਸ਼ੱਕ ਮੈਨੂੰ ਪਤਾ ਤੁਸੀਂ ਮੇਰੇ ਬਾਰੇ ਬਹੁਤ ਕੁਝ ਜਾਣਦੇ ਹੋ, ਤਾਂ ਤੁਹਾਨੂੰ ਮੇਰੀ ਲਾਈਫ ਬਾਰੇ ਸਾਰੀ ਬਾਰੇ ਪਤਾ ਹੋਊਗਾ ਕਿ ਯੂਨੀਵਰਸਿਟੀਆਂ 'ਚ ਮੈਂ ਕਿੱਦਾਂ ਪੜ੍ਹਿਆ, ਕਿੱਦਾਂ ਮੈਂ ਪਿੰਡੋਂ ਕਿੱਦਾਂ ਚੱਲਿਆ ਸੀ। ਤਾਂ ਮੇਰੀਆਂ ਛੋਟੀਆਂ ਲੋੜਾਂ ਸੀਗੀਆਂ, ਬਹੁਤ ਵੱਡੀਆਂ ਨਹੀਂ ਸੀ ਉਹ, ਤਾਂ ਉਹ ਬੜੀਆਂ ਸੌਖੀਆਂ ਪੂਰੀਆਂ ਹੋ ਗਈਆਂ। ਮਹਾਰਾਜ ਨੇ ਜਾਣੀ ਜਿੰਨਾ ਮੈਂ ਨਹੀਂ ਮੰਗਿਆ ਸੀ ਮਹਾਰਾਜ ਤੋਂ, ਮੈਨੂੰ ਉਸ ਤੋਂ ਵੱਧ ਦਿੱਤਾ ਜੀ। ਉਸ ਤੋਂ ਬਾਅਦ ਉਹ ਬੇਪਰਵਾਹੀ ਆਉਣੀ ਸੁਭਾਵਿਕ ਸੀ ਕਿ ਜਦੋਂ ਸਾਰੀਆਂ ਚੀਜ਼ਾਂ ਮੈਂ ਪ੍ਰੈਕਟੀਕਲੀ ਆਪਦੀਆਂ ਅੱਖਾਂ ਮੂਹਰੇ ਵਾਪਰਦੀਆਂ ਦੇਖੀਆਂ, ਆਪਣੇ ਆਪ ਨਾਲ ਵਾਪਰਦੀਆਂ ਦੇਖੀਆਂ। ਇੱਕ ਤਾਂ ਹੁੰਦਾ ਨਾ ਕਿ ਆਪਾਂ ਕਿਤਾਬਾਂ 'ਚ ਪੜ੍ਹਦੇ ਹਾਂ ਜਾਂ ਕਿਸੇ ਦੀ ਫਿਲਮ ਦੇਖਦੇ ਹਾਂ ਆਪਾਂ ਕਿ ਯਾਰ ਅੱਛਾ ਇੱਦਾਂ ਤਾਂ ਅਸੀਂ ਇੱਦਾਂ ਹੋਇਆ ਇਹਦੇ ਨਾਲ, ਅਤੇ ਮੇਰੇ ਨਾਲ ਤਾਂ ਆਪਣੇ ਨਾਲ ਸਾਰਾ ਕੁਛ ਉੱਦਾਂ ਹੋਇਆ, ਤੁਹਾਡੇ ਨਾਲ ਵੀ ਹੋਇਆ ਹੋਊਗਾ, ਹੈ ਨਾ, ਤੁਹਾਡੇ ਨਾਲ ਵੀ, ਤੁਹਾਡੀ ਵੀ ਇੱਕ ਜਰਨੀ ਹੈ। ਸੋ ਜਦੋਂ ਪ੍ਰੈਕਟੀਕਲੀ ਉਹ ਸਾਰੀਆਂ ਚੀਜ਼ਾਂ ਦੇਖ ਲਈਆਂ ਤਾਂ ਉਹ ਖੜ ਜੇ ਗਿਆ ਬਸ ਇੱਕ ਥਾਂ 'ਤੇ ਮਨ। ਹੁਣ ਤੁਹਾਡਾ ਇੱਕ ਸੁਪਨਾ ਸੀਗਾ, ਤੁਸੀਂ ਕਿਉਂਕਿ ਜ਼ਰੂਰਤਾਂ ਦੀ ਗੱਲ ਕੀਤੀ ਹੈ, ਤੁਹਾਡਾ ਸੁਪਨਾ ਸੀਗਾ ਜਦੋਂ ਤੁਸੀਂ ਆਪਦੇ ਹੀ ਬਾਪ ਨੂੰ 2 ਕਮਰੇ ਪਾ ਕੇ ਸਿਆਲਾਂ ਦੇ ਵਿੱਚ ਕੁੰਡੀਆਂ ਲਾਉਂਦੇ ਵੇਖਿਆ ਸੀਗਾ, ਤੇ ਤੁਹਾਡਾ ਮਨ ਭਰ ਗਿਆ ਸੀ ਉਸ ਵੇਲੇ ਕਿ ਮੈਂ ਮਤਲਬ ਇਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ। ਤੁਹਾਡਾ ਸੁਪਨਾ ਪੂਰਾ ਹੋ ਗਿਆ ਘਰ ਬਣਾਉਣ ਦਾ? ਜੀ ਬਿਲਕੁਲ ਘਰ ਬਣ ਗਿਆ ਸੀ। ਪਿੰਡ ਬਹੁਤ ਸੋਹਣਾ ਘਰ ਮਹਾਰਾਜ ਨੇ ਦਿੱਤਾ। ਤਾਂ ਹੁਣ ਤਾਂ ਅਸੀਂ ਇੱਥੇ ਮੋਹਾਲੀ ਵੀ ਘਰ ਬਣਾ ਰਹੇ ਹਾਂ। ਮੋਹਾਲੀ ਅਸਲ 'ਚ ਅਸੀਂ ਹੁਣ ਤੱਕ ਰਹਿੰਦੇ ਸੀ ਆਪਣਾ ਫਲੈਟ 'ਚ ਰਹਿੰਦੇ ਹਾਂ, ਫਿਲਹਾਲ ਹੁਣ ਵੀ ਰਹਿੰਦੇ ਹਾਂ। ਤਾਂ ਉਹ ਪਾਪਾ ਜੀ ਹੁਣ ਕਹਿੰਦੇ ਯਾਰ ਵੀ ਸਾਡਾ ਨਾ ਇੱਥੇ ਦਮ ਜਾ ਘੁੱਟਦਾ ਵੀ, ਹੁਣ ਪਿੰਡਾਂ 'ਚ ਖੁੱਲ੍ਹੇ ਡੁੱਲੇ ਮਾਹੌਲ 'ਚ ਆਏ, ਤਾਂ ਹੁਣ ਅਸੀਂ ਇੱਥੇ ਰਲ ਮਿਲ ਕੇ ਸਾਰੇ ਘਰ ਬਣਾਉਣ ਲੱਗੇ, ਖੁੱਲ੍ਹਾ ਡੁੱਲਾ ਜਾਂ ਖੇਤਾਂ 'ਚ ਹੀ ਹੈ। ਕਿਆ ਬਾਤ ਹੈ। ਤਾਂ ਬਸ ਸਾਰਾ ਕੁਝ ਬਹੁਤ ਵਧੀਆ ਜੀ, ਮਹਾਰਾਜ ਬੰਨੀ ਹੋਣਾ, ਜਾਣੀ ਕਿਸੇ ਚੀਜ਼ ਦੀ ਕੋਈ ਹੈ ਨਹੀਂ ਤੋੜ ਜੀ। ਅਤੇ ਤਾਂ ਹੀ ਹੁਣ ਲੱਗਦਾ ਕਿ ਸਾਰਾ ਦਿਨ ਬੜਾ ਸੋਹਣਾ ਲੱਗਦਾ, ਹੱਸਦਿਆਂ ਦਾ, ਗਾਉਂਦਿਆਂ ਦਾ, ਅਤੇ ਤਾਂ ਹੀ ਲੱਗਦਾ ਹੁੰਦਾ ਕਿ ਹੁਣ ਆਪਦੇ ਲਈ ਪਰਮਾਤਮਾ ਭਾਵੇਂ 100 'ਚੋਂ 1 ਦੇ ਦੇ, ਪਰ 99 ਹੁਣ ਲੱਗਦਾ ਹੁੰਦਾ ਕਿ ਪਰਿਵਾਰ ਹੈ ਮੇਰਾ ਸਾਰਾ, ਇਹ ਪੰਜਾਬ ਜੀ, ਸਾਰਾ ਆਵਾਮ ਮੇਰਾ ਪਰਿਵਾਰ ਹੈ। ਇਹਨਾਂ ਲਈ ਜੇ ਕੁਛ ਥੋੜ੍ਹਾ ਬਹੁਤਾ ਮਹਾਰਾਜ ਮੈਥੋਂ ਕਰਵਾ ਲੇ, ਕਿ ਇਹਨਾਂ ਵਰਗਾ ਬਣ ਕੇ ਕਰਵਾ ਲੇ ਅਤੇ ਇਹਨਾਂ ਦਾ ਬਣ ਕੇ ਕਰਵਾ ਲੇ, ਤਾਂ ਕੋਈ ਉਹ
ਕੋਈ ਹੰਕਾਰ ਜਾਣਾ ਹੋਵੇ, ਕੋਈ ਮਾਣ ਜਾਣਾ ਹੋਵੇ ਉਸ ਚੀਜ਼ ਦਾ, ਕਿ ਬਸ ਕਿ ਸਾਰੀ ਉਮਰ ਜੀ ਬਸ ਐਂ ਲੰਘ ਜੇ ਕਿ ਇਹ ਪੰਜਾਬ ਮੇਰਾ ਪਰਿਵਾਰ ਹੈ। ਅਤੇ ਗੀਤਾਂ ਰਾਹੀਂ ਵੀ ਆਪਦੀ ਸੇਵਾ ਬੇਸ਼ੱਕ ਕਰਦਾ ਰਹੂੰਗਾ, ਪਰ ਨਾਲ ਬਸ ਇਹ ਹੈ ਕਿ ਫਿਜ਼ੀਕਲੀ ਵੀ ਮੈਂ ਲੋਕਾਂ ਨੂੰ ਮਿਲਦਾ ਰਹਾਂ, ਕੋਈ ਦੁੱਖ ਸੁੱਖ ਆਉਂਦਾ ਉਹਦੇ ਵਿੱਚ ਵੀ ਉਹਨਾਂ ਦਾ ਭਾਈਵਾਲ ਬਣ ਕੇ ਅਤੇ ਉਹਨਾਂ ਦੇ ਨਾਲ ਖੜਦਾ ਰਹਾਂ। ਬਸ ਹੁਣ ਇਹ ਚੀਜ਼ਾਂ ਜ਼ਰੂਰ ਲੱਗਦੀਆਂ ਕਿ ਮਨ ਨੂੰ ਕਰਨੀਆਂ ਚਾਹੀਦੀਆਂ। ਤੁਸੀਂ ਕੁਝ ਆਰਟਿਸਟ ਦੀ ਗੱਲ ਕੀਤੀ ਸੀ, ਤੁਹਾਡੀ ਇੱਕ ਗੱਲਬਾਤ ਦੇ ਥਰੂ ਮੈਨੂੰ ਪਤਾ ਲੱਗਿਆ ਸੀਗਾ ਕਿ ਜਦੋਂ ਘਰ ਦੇ ਹਾਲਾਤ ਬਹੁਤ ਤੰਗ ਸੀਗੇ ਤੇ ਤੁਸੀਂ ਦੀਪ ਢਿੱਲੋਂ ਜੋ ਕਿ ਗਾਇਕ ਨੇ ਉਹਨਾਂ ਤੋਂ ਵੀ ਮਦਦ ਲਈ ਸੀ ਫਾਈਨੈਂਸ਼ੀਅਲੀ। ਅੱਜ ਉਹ ਤੁਹਾਡੇ ਇਨ ਟੱਚ ਹੈਗੇ ਨੇ? ਬਿਲਕੁਲ, ਮੇਰਾ ਭਰਾ ਹੈ ਜੀ, ਮੇਰਾ ਭਰਾ ਸੀ। ਅਸੀਂ ਅਸਲ 'ਚ ਉਦੋਂ BA ਫਾਈਨਲ 'ਚ ਮੈਂ ਔਰ ਦੀਪ ਵੀਰ ਅਸੀਂ ਇਕੱਠੇ ਪੜ੍ਹੇ ਜੀ। ਤਾਂ ਫਿਰ ਉਹ BA ਤੋਂ ਬਾਅਦ ਫਿਰ ਤੁਹਾਨੂੰ ਪਤਾ ਰਿਜ਼ਲਟ ਆਉਣ ਤੱਕ ਟਾਈਮ ਹੁੰਦਾ ਸਾਡੇ ਕੋਲ, ਯੂਨੀਵਰਸਿਟੀ ਤੱਕ ਆਉਣ ਤੋਂ ਪਹਿਲਾਂ। ਫਿਰ ਉਦੋਂ ਉਹ ਟੇਪ ਆਉਣੀ ਸੀ ਦੀਪ ਦੀ ਬਾਈ ਦੀ ਪਹਿਲੀ ਟੇਪ। ਫਿਰ ਅਸੀਂ ਬਠਿੰਡੇ ਭਾਗੂ ਰੋਡ 'ਤੇ ਰਹਿੰਦੇ ਹੁੰਦੇ ਸੀ, ਤਾਂ ਉੱਥੇ ਅਸੀਂ ਫਿਰ ਰਿਹਰਸਲਾਂ ਕਰਦੇ ਸੀ ਉਹਦੀ ਟੇਪ ਦੀਆਂ ਪਹਿਲੀ ਦੀਆਂ ਤਿਆਰੀਆਂ ਕਰਦਾ ਬਸ। ਤਾਂ ਵੀਰ ਹੋਣੀ ਫਿਰ ਆਪਣੇ ਪ੍ਰੋਫੈਸ਼ਨਲ ਲਾਈਨ 'ਚ ਲੰਘ ਗਏ ਸੀ ਅਤੇ ਮੈਂ ਯੂਨੀਵਰਸਿਟੀ ਪੜ੍ਹਾਈ ਕਰਨ ਆ ਗਿਆ ਸੀ। ਪਰ ਹੁਣ ਵੀ ਪਰਿਵਾਰਾਂ ਦਾ ਉਸੇ ਤਰ੍ਹਾਂ ਰਸੂਖ ਬਣਿਆ ਹੋਇਆ। ਹੁਣ ਵੀਰ ਹੋਣੀ ਕੈਨੇਡਾ ਸ਼ਿਫਟ ਹੋ ਗਏ, ਤਾਂ ਉੱਥੋਂ ਆਪਦਾ ਗਾਣੇ ਕਰਦੇ ਰਹਿੰਦੇ ਜੀ। ਅੱਛਾ, ਅੱਜ ਤੁਸੀਂ ਮਾਂ ਬਾਪ ਨੂੰ ਲੈ ਕੇ ਹਮੇਸ਼ਾ ਪ੍ਰਾਇੋਰਟੀ 'ਤੇ ਰੱਖਦੇ ਹੋ ਕਿ ਉਹਨਾਂ ਦੇ ਸੁਪਨੇ, ਉਹਨਾਂ ਦੀ ਖੁਸ਼ੀਆਂ ਕੋਈ ਰਹਿ ਗਈ ਹੈ ਦਿਲ 'ਚ, ਕੋਈ ਰੀਝ? ਨਹੀਂ, ਮੈਨੂੰ ਨਹੀਂ ਲੱਗਦਾ। ਤੇ ਜੇ ਮੰਨ ਲਓ ਉਹਨਾਂ ਦੇ ਮਨ 'ਚ ਕੋਈ ਹੋਊਗੀ ਵੀ ਤਾਂ ਹੁਣ ਤਾਂ ਇਹ ਉਹਨਾਂ ਦੀ ਮਾੜੀ ਗੱਲ ਹੋਊਗੀ। ਦੂਜਾ, ਤੁਸੀਂ ਪਰਿਵਾਰ ਕਿਹਾ ਕਿ ਪੰਜਾਬ ਤੁਹਾਡਾ ਪੂਰਾ ਹੈ ਨਾ, ਪੂਰਾ ਪੰਜਾਬ ਤੁਹਾਡਾ ਪਰਿਵਾਰ ਹੈ। ਔਰ ਅਸੀਂ ਵੇਖ ਰਹੇ ਹਾਂ ਕਿ ਜਦੋਂ ਤੋਂ ਕਿਸਾਨਾਂ ਦੀ ਸਮੱਸਿਆ ਸ਼ੁਰੂ ਹੋਈ ਹੈ, ਜਦੋਂ ਤੋਂ ਉਹਨਾਂ ਦਾ ਸੰਘਰਸ਼, ਉਹਨਾਂ ਦਾ ਅੰਦੋਲਨ ਸ਼ੁਰੂ ਹੋਇਆ ਆਪਣੇ ਹੱਕ ਦੇ ਲਈ, ਤੁਸੀਂ ਪਹਿਲੇ ਦਿਨ ਤੋਂ ਉਹਨਾਂ ਦੇ ਨਾਲ ਖੜੇ ਹੋ, ਹੈ ਨਾ। ਤੁਸੀਂ ਉਹਨਾਂ ਦੇ ਉਤਸ਼ਾਹ ਦੇ ਲਈ ਜਾਂਦੇ ਹੋ, ਤੁਸੀਂ ਉੱਥੇ ਉਹਨਾਂ ਲਈ ਗਾਉਂਦੇ ਹੋ। ਪਰ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਕੰਵਰ ਜੀ, ਸਾਡੇ ਜਿਹੜੇ ਮੌਜੂਦਾ ਹਾਲਾਤ ਚੱਲ ਰਹੇ ਨੇ, ਇਸ ਨੂੰ ਲੈ ਕੇ ਤੁਹਾਡਾ ਨਜ਼ਰੀਆ ਕੀ ਕਹਿੰਦਾ ਹੈ? ਕਿਉਂਕਿ ਬਹੁਤ ਥਾਂ 'ਤੇ ਕਲਾਕਾਰ ਖੜੇ ਵੀ ਨੇ, ਸਾਥ ਵੀ ਦਿੱਤਾ ਹੈ। ਬਹੁਤ ਜਗ੍ਹਾ 'ਤੇ ਕਿਸਾਨਾਂ ਨੂੰ ਅੱਜ ਇਹ ਵੀ ਸ਼ਿਕਾਇਤ ਹੈ ਕਿ ਸਾਥ ਨਹੀਂ ਦੇ ਰਹੇ ਨੇ। ਪਰ ਤੁਸੀਂ ਇੱਕ ਬਤੌਰ ਇਨਸਾਨ ਜਿਨ੍ਹਾਂ ਨੇ ਉਹ ਪੂਰੀ ਜਰਨੀ ਹੰਢਾਈ ਹੈ, ਤੁਸੀਂ ਕਿਸ ਨਜ਼ਰੀਏ ਦੇ ਨਾਲ ਇਸ ਚੀਜ਼ ਨੂੰ ਰੱਖਦੇ ਹੋ? ਤੁਹਾਡਾ ਪੱਖ ਕੀ ਹੈ ਅੱਜ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਸ ਇੰਡਸਟਰੀ ਦਾ, ਆਪਾਂ ਦੋਵੇਂ ਇਸ ਇੰਡਸਟਰੀ ਦੇ, ਬਿਲਕੁਲ, ਕਿ ਇੰਡਸਟਰੀ ਨੇ ਸਾਥ ਦਿੱਤਾ ਹੈ। ਉਹ ਭਾਵੇਂ ਗਵਈਏ ਸੀ, ਭਾਵੇਂ ਫਿਲਮਾਂ ਵਾਲੇ, ਇਸ ਗੱਲ ਤੋਂ ਨਹੀਂ ਮੁੱਕਰ ਸਕਦੇ। ਬਾਕੀ ਇੱਦਾਂ ਦੋਸਤਾ, ਹਰ ਇੱਕ ਦੀ ਨਾ ਜ਼ਿੰਦਗੀ ਹੈ, ਅਤੇ ਮਹਾਰਾਜ ਨੇ ਜੀ ਤੋਂ ਜਿੰਨਾ ਕਰਵਾਉਣਾ ਹੈ ਨਾ ਉਹਨਾਂ ਕਰਵਾ ਲੈਣਾ, ਔਰ ਜਿੱਥੇ ਨਹੀਂ ਕਰਵਾਉਣਾ ਉਹਨੇ ਨਹੀਂ ਕਰਵਾਉਣਾ। ਕਿਉਂਕਿ ਸਾਰਾ ਕੁਛ ਥਾਟ ਪ੍ਰੋਸੈਸ ਹੈ ਇੱਕ, ਹੈ ਨਾ। ਜੇ ਹੁਣ ਮਨ 'ਚ ਆਇਆ ਸੀ ਨਾ ਕਿ ਅੱਜ ਟੇਪ ਆਉਣੀ ਹੈ, ਤਾਂ ਮੈਂ ਰੋਜ਼ਾਨਾ ਸਪੋਕਸਮੈਨ 'ਤੇ ਜਾਣਾ ਹੈ, ਤਾਂ ਮੈਂ ਇੰਟਰਵਿਊ ਕਰਨੀ ਹੈ, ਮੈਂ ਉਹਨਾਂ ਨੂੰ ਬੇਨਤੀ ਕਰਨੀ ਹੈ ਕਿ 20 ਮਿੰਟ ਮੈਂ ਤੁਹਾਡੇ ਚੈਨਲ 'ਤੇ ਆ ਕੇ ਆਪਣੀ ਇਸ ਐਲਬਮ ਨੂੰ ਪ੍ਰਮੋਟ ਕਰਨਾ ਚਾਹੁੰਦਾ। ਤਾਂ ਉਹ ਮੇਰਾ ਇੱਕ ਥਾਟ ਸੀ ਨਾ। ਮੈਂ ਆਪਣੇ ਭਰਾ ਨੂੰ ਕਿਹਾ ਕਿ ਉਹਨਾਂ ਨਾਲ ਗੱਲ ਕਰੋ, ਆਪਾਂ ਜਾ ਕੇ ਆਉਣੇ। ਖਿਆਲ ਹੀ ਹੈ, ਸਾਧੂ ਤਾਂ ਇਹ ਵੀ ਕਹਿੰਦੇ ਕਿ ਖਿਆਲ ਬੰਦਗੀ ਵੀ ਹੈ ਜੀ। ਹਰ ਰੋਜ਼ ਦੇ ਜਿਹੜੇ ਪਲ ਦੇ ਖਿਆਲ ਆਉਂਦੇ ਆ, ਇਹਨਾਂ ਤੋਂ ਹੀ ਬੰਦਗੀ ਬਣਦੀ ਹੈ, ਇਹਨਾਂ ਤੋਂ ਹੀ ਸ਼ੈਤਾਨ ਬਣ ਜਾਂਦੇ ਆ। ਸੋ ਇੰਡਸਟਰੀ ਨੇ ਬਹੁਤ ਸਾਰਾ ਸਾਥ ਦਿੱਤਾ ਹੈ। ਬਾਕੀ ਸਾਰਿਆਂ ਦੇ ਆਪਣੇ ਆਪਣੇ ਰੁਝੇਵੇਂ, ਆਪਣੇ ਆਪਣੇ ਪਰਿਵਾਰ ਹੈ, ਜੀ ਤੋਂ ਜਿੰਨਾ ਸਰਿਆ ਉਹਨਾਂ ਕੀਤਾ। ਬਾਕੀ ਜਿਹੜੇ ਮੌਜੂਦਾ ਹਾਲਾਤਾਂ ਦੀ ਗੱਲ ਹੈ, ਇੱਦਾਂ ਲੱਗਦਾ ਕਿ ਤਾੜੀ ਦੋਵੇਂ ਹੱਥਾਂ ਨਾਲ ਵੱਜੀ ਹੈ। ਤਾੜੀ ਦੋਵੇਂ ਹੱਥਾਂ ਨਾਲ ਵੱਜੀ ਹੈ। ਸਰਕਾਰਾਂ ਨੋ ਡਾਊਟ ਆਪਣੇ ਫਰਜ਼ਾਂ ਤੋਂ ਬਾਗੀ ਹੋਈਆਂ। ਜੋ ਪ੍ਰੋਮਿਸ, ਕੋਈ 5 ਸਾਲਾਂ ਦੀ ਗੱਲ ਨਹੀਂ ਕਰਦਾ ਮੈਂ 35 ਦਾ ਹੋ ਚੱਲਿਆ। ਅਤੇ ਜਦੋਂ ਦੀ ਮੈਂ ਸੁਰਤ ਸਾਂਭੀ ਹੈ, ਜਦੋਂ ਦੇ ਮੈਂ ਸਰਕਾਰਾਂ ਦੇ ਪਲਾਨ ਦੇਖੇ ਹੈ, ਸਰਕਾਰਾਂ ਉਹਨਾਂ ਖਰਾ ਨਹੀਂ ਉਤਰਦੀਆਂ ਜਿੰਨੀਆਂ ਜ਼ੁਬਾਨਾਂ ਇਹ ਕੰਪੇਨ ਟਾਈਮ ਕਰਦੀਆਂ ਜੀ। ਪਰ ਉਸ ਦੇ ਨਾਲ ਮੇਰੇ ਵੀ ਕੁਛ ਫਰਜ਼ ਹੈ, ਮੇਰੇ ਆਪਣੇ ਕੁਛ ਫਰਜ਼ ਹੈ। ਜੇ ਮੈਂ ਕਿਸਾਨ ਹੈ ਤਾਂ ਐਗਰੀਕਲਚਰ ਨੂੰ ਲੈ ਕੇ ਮੇਰੇ ਅੰਦਰ ਉਹ ਪੜ੍ਹਾਈ, ਉਹ ਐਜੂਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਜਿਵੇਂ ਅਸੀਂ ਟੈਕਨੋਲੋਜੀ ਵਾਲੇ ਪਾਸੇ ਡਿਜੀਟਲੀ ਜਾਂ ਹੋਰ ਐਡਵਾਂਸ ਹੋ ਰਹੇ ਹਾਂ, ਹੈ ਨਾ। ਅਸੀਂ ਸਾਰੇ ਪਾਸੇ ਐਡਵਾਂਸ ਹੋਏ ਹਾਂ। ਅਸੀਂ ਪੰਜਾਬ ਵਾਲੇ ਹੁਣ ਇਹ ਨਹੀਂ ਕਹਿ ਸਕਦੇ ਕਿ ਅਸੀਂ ਪਹਿਲਾਂ ਵਾਂਗੂ ਵੀ ਲਾਣੇਦਾਰ ਇੱਕ ਜਾਂਦਾ ਹੈ ਅਤੇ ਸਾਰੇ ਟੱਬਰ ਦੇ ਕੱਪੜੇ ਇੱਕੇ ਥਾਂ 'ਚੋਂ ਪੜਵਾ ਕੇ ਲਿਆਇਆ ਅਤੇ ਟੱਬਰ ਦਾ ਕੋਈ ਬੰਦਾ ਆਰਗੂਮੈਂਟ ਨਹੀਂ ਕਰ ਰਿਹਾ ਜੀ। ਹੁਣ ਪੰਜਾਬ ਉਹ ਨਹੀਂ ਹੈ ਕਿ ਅਸੀਂ 2 ਪ੍ਰਸ਼ਾਦਿਆਂ 'ਤੇ ਅੰਬ ਦਾ ਅਚਾਰ ਰੱਖ ਕੇ ਖਾਣ ਵਾਲੇ, ਅਸੀਂ ਹੁਣ ਨਹੀਂ, ਉਹ ਨਹੀਂ ਰਹਿ ਗਏ। ਹੁਣ ਪੰਜਾਬ ਉਹ ਨਹੀਂ ਰਹਿ ਗਿਆ ਕਿ ਇੱਕ ਕੱਚਾ ਜਿਹਾ ਘਰ ਹੈ ਅਤੇ ਇੱਕ ਸੁਭਾਅ ਦੇ ਵਿੱਚ ਹੀ 15 20 ਜਾਣੇ ਪਏ ਹੈ। ਸਰਦੀਆਂ 'ਚੋਂ ਠੰਡੀ ਹੋ ਜਾਂਦੀ ਹੈ ਅਤੇ ਆਪਣਾ ਗਰਮ ਹੋ ਜਾਂਦੀ ਹੈ, ਅਤੇ ਗਰਮੀਆਂ 'ਚ ਠੰਡੀ ਹੋ ਜਾਂਦੀ ਹੈ। ਹੁਣ ਅਸੀਂ ਉਹ ਨਹੀਂ ਹੈਗੇ। ਹੁਣ ਅਸੀਂ ਗੱਡਿਆਂ 'ਤੇ ਜਾਣ ਵਾਲੇ ਲੋਕ ਨਹੀਂ ਰਹਿ ਗਏ। ਹੁਣ ਅਸੀਂ ਪੈਦਲ 25 ਕਿਲੋਮੀਟਰ ਤੁਰਨ ਵਾਲੇ ਲੋਕ ਨਹੀਂ। ਹੁਣ ਸਹੁਰਿਆਂ ਨੂੰ ਅਸੀਂ ਪੈਦਲ ਜਾਂ ਸਾਈਕਲ 'ਤੇ ਜਾਣ ਵਾਲੇ ਲੋਕ ਨਹੀਂ ਹਾਂ। ਹੁਣ ਸਾਡੀਆਂ ਵੀ ਇੱਛਾਵਾਂ ਬਹੁਤ ਵੱਧ ਗਈਆਂ। ਹੁਣ ਸਾਨੂੰ ਮਹਿਲਾਂ ਦੀ ਇੱਛਾ ਹੋ ਗਈ ਹੈ, ਹੁਣ ਸਾਨੂੰ ਮਹਿੰਗੇ ਕੱਪੜਿਆਂ ਦੀ ਇੱਛਾ ਹੋ ਗਈ। ਹੁਣ ਸਾਨੂੰ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ 5-5 ਹਜ਼ਾਰ ਦੇ ਬਿੱਲ ਪਾੜਨ ਦੀ ਇੱਛਾ ਹੋ ਗਈ ਰੈਸਟੋਰੈਂਟਾਂ 'ਚ ਖਾਣਿਆਂ ਦੀ। ਹੁਣ ਸਾਨੂੰ 50-50 ਲੱਖ ਕਰੋੜ ਰੁਪਈਆ ਵਿਆਹਾਂ 'ਤੇ ਲਾਉਣ ਦੀ ਇੱਛਾ ਹੋ ਗਈ। ਹੁਣ ਇਵਨ ਕਿ ਸਾਡੇ ਜਦੋਂ ਘਰਾਂ 'ਚ ਕੋਈ ਮਰਗਤ ਵੀ ਹੁੰਦੀ ਹੈ, ਸਾਡੇ ਬਜ਼ੁਰਗਾਂ ਦੇ ਭੋਗਾਂ 'ਤੇ ਵੀ ਅਸੀਂ 10-10 15-15 ਲੱਖ ਰੁਪਈਆ ਲਾਉਣ ਦੇ ਇੱਛੁਕ ਹੋ ਗਏ। ਸੋ ਇਸ ਕਰਕੇ ਤਾੜੀ ਦੋਵੇਂ ਹੱਥਾਂ ਨਾਲ ਵੱਜੀ ਹੈ। ਜਿਸ ਤਰ੍ਹਾਂ ਦਾ ਅਸੀਂ ਕੁਦਰਤ ਦਾ ਘਾਣ ਕੀਤਾ ਹੈ, ਅਸੀਂ ਹਰ ਰੋਜ਼ ਪੜ੍ਹਦੇ ਹਾਂ ਵੀਰ
ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਕਿੱਡਾ ਵੱਡਾ ਕਨਸੈਪਟ ਹੈ। ਕਿਤੇ ਨਾ ਕਿਤੇ ਸਾਡੇ ਤਨ ਔਰ ਮਨ, ਸਾਡੇ ਆਬੋ ਹਵਾ ਨਾਲ, ਸਾਡੇ ਵਾਯੂਮੰਡਲ ਨਾਲ, ਸਾਡੇ ਬ੍ਰਹਿਮੰਡ ਨਾਲ ਰਿਲੇਟ ਚੀਜ਼ ਹੈ ਇਹ ਜਿਹੜੀਆਂ ਪੰਕਤੀਆਂ ਛੋਟੀ ਜਿਹੀ ਗੱਲ ਨਹੀਂ ਹੈ। ਤਾਂ ਇਸ ਚੀਜ਼ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਸਰਕਾਰਾਂ ਨੇ ਆ ਸੜਕ ਬਣਾਈ ਤੇ ਸੜਕ ਦੇ ਦੋਨੇ ਪਾਸੇ ਦਰਖਤ ਕੱਟਤੇ, ਬੇਸ਼ੱਕ ਕੱਟਤੇ, ਕੀ ਅਸੀਂ ਨਹੀਂ ਕੱਟੇ ਔਰ ਅਸੀਂ ਕਿੰਨੇ ਕੁ ਲਾਏ। ਸੋ ਮੈਨੂੰ ਲੱਗਦਾ ਕਿ ਤਾੜੀ ਦੋਵੇਂ ਹੱਥਾਂ ਨਾਲ ਵੱਜੀ ਹੈ। ਸੋ ਇਸ ਕਰਕੇ ਹੁਣ ਜਿਵੇਂ ਆ ਕੰਪੇਨ ਸ਼ੁਰੂ ਹੋਣ ਵਾਲੀ ਹੈ, 2022 ਦੀਆਂ ਇਲੈਕਸ਼ਨਾਂ ਨੇੜੇ ਹੈ, ਅੱਜ ਕੱਲ੍ਹ ਸਾਡੇ ਸ਼ੋਅ ਸਟਾਰਟ ਹੋ ਗਿਆ, ਤਾਂ ਮੈਂ ਓਪਨਲੀ ਸਾਰਿਆਂ ਲੋਕਾਂ ਨੂੰ ਕਹਿਣਾ ਕਿ ਵਿਰੋਧ ਕਰਨ ਦੀ ਬਜਾਏ ਅਸੀਂ ਟੇਬਲ ਟਾਕ ਕਰੀਏ, ਅਸੀਂ ਸੱਥਾਂ 'ਚ ਬਹਿ ਕੇ ਸਾਡੇ ਲੀਡਰਾਂ ਦੇ ਨਾਲ ਗੱਲਬਾਤ ਕਰੀਏ, ਪਰ ਐਜੂਕੇਟ ਹੋ ਕੇ ਕਰੀਏ। ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਹੈ, ਜ਼ਿੰਦਗੀ ਪੜ੍ਹ ਕੇ ਕਰੀਏ, ਪੰਜਾਬ ਨੂੰ ਪੜ੍ਹ ਕੇ ਗੱਲਾਂ ਕਰੀਏ ਕਿ ਭਾਈ, ਕਿਉਂਕਿ ਜਦੋਂ ਬਜ਼ੁਰਗ ਬਹਿ ਕੇ ਕਿਸੇ ਵੀ ਲੀਡਰ ਨਾਲ ਗੱਲ ਕਰੂਗਾ ਨਾ, ਲੀਡਰ ਸਾਡੇ ਨੋ ਡਾਊਟ ਕੋਈ 40+ ਹੈ, ਕੋਈ 50+ ਹੈ, ਬਜ਼ੁਰਗਾਂ ਦੇ ਪੁੱਤਾਂ ਵਰਗੇ ਆ। ਮੈਨੂੰ ਲੱਗਦਾ ਕਿ ਪੁੱਤ ਕਹਿ ਕੇ ਗੱਲ ਕਰਨ ਤੇ ਅੱਖ ਚੱਖ ਪਾ ਕੇ ਗੱਲ ਕਰਨ, ਪੜ੍ਹੀ ਲਿਖੀ ਗੱਲ ਕਰਨ ਪੰਜਾਬ ਨੂੰ ਲੈ ਕੇ, ਕਿਤਾਬਾਂ ਵਾਲੀ ਐਜੂਕੇਸ਼ਨ, ਜ਼ਿੰਦਗੀ ਨੂੰ ਲੈ ਕੇ ਪੜ੍ਹੀ ਲਿਖੀ ਗੱਲ, ਤੇ ਆਪਣੇ ਫਰਜ਼ ਉਹਨਾਂ ਨੂੰ ਚੇਤੇ ਕਰਾਉਣ ਤੇ ਉਹ ਚੀਜ਼ਾਂ ਉਹਨਾਂ ਨੂੰ ਯਾਦ ਕਰਾਉਣ ਕਿ ਆਪਾਂ ਕਿੱਥੋਂ ਚੱਲੇ ਹਾਂ, ਅਸੀਂ ਕਿੱਥੋਂ ਆਏ ਹਾਂ, ਮਹਾਰਾਜ ਨੂੰ ਜਾ ਕੇ ਜਾਣ ਦੇਣੀ ਆ ਅਸੀਂ, ਤੇ ਪੰਜਾਬ ਦਾ ਭਲਾ ਕਰਨ ਦੀ ਗੱਲ ਸੋਚੀਏ। ਸੋ ਆ ਸਾਡੇ ਲਈ ਬੜਾ ਖਾਸ ਟਾਈਮ ਹੈ, ਜਿਹੜਾ ਇਲੈਕਸ਼ਨ ਤੋਂ ਪਹਿਲਾਂ ਦਾ ਟਾਈਮ ਹੈ। ਅਸੀਂ ਅੱਜ ਕੱਲ੍ਹ ਆਪਣੇ ਪ੍ਰੋਗਰਾਮਾਂ 'ਚ ਵੀ, ਹੋਰ ਵੀ ਜਿੱਥੇ ਅਸੀਂ ਗਾਏ ਕਿਤੇ ਬੈਠੇ ਹੁੰਦੇ ਹਾਂ, ਤਾਂ ਅਸੀਂ ਆਮ ਗੱਲਾਂ ਕਰਦੇ ਹਾਂ ਕਿ ਵਿਰੋਧ ਦੀ ਵੀ ਇੱਕ ਤਹਿਜ਼ੀਬ ਹੋਣੀ ਚਾਹੀਦੀ ਹੈ ਕਿ ਵਿਰੋਧ ਅਸੀਂ ਕਿਸ ਤਰ੍ਹਾਂ ਦਾ ਕਰਨਾ। ਕਿਸੇ ਨੂੰ ਭਜਾਉਣ ਦੀ ਲੋੜ ਨਹੀਂ ਹੈ, ਕਿਸੇ ਨੂੰ ਡੱਕਣ ਦੀ ਲੋੜ ਨਹੀਂ ਹੈ, ਬੈਠ ਕੇ ਗੱਲ ਕਰੀਏ, ਅਸੀਂ ਠੋਸ ਗੱਲ ਕਰੀਏ। ਸੋ ਮੈਨੂੰ ਲੱਗਦਾ ਕਿ ਪੰਜਾਬ ਇਹਨਾਂ ਦਿਨਾਂ 'ਚ ਇਹ ਚੀਜ਼ਾਂ ਮੰਗਦਾ ਹੈ। ਸੋ ਦੋਵੇਂ ਹੱਥਾਂ ਨਾਲ ਤਾੜੀ ਵੱਜੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਬਹਿ ਕੇ ਗੱਲ ਹੋਣੀ ਚਾਹੀਦੀ ਹੈ, ਔਰ ਜੇ ਅਜਿਹਾ ਹੋਏ ਤਾਂ ਸ਼ਾਇਦ ਬਹੁਤ ਕੁਝ ਸੰਭਲ ਸਕਦਾ ਹੈ ਹਜੇ ਵੀ, ਪਰ ਤੁਸੀਂ ਪੰਜਾਬ ਦੀ ਗੱਲ ਕੀਤੀ, ਪੰਜਾਬ ਦੇ ਯੂਥ ਦੀ ਆਪਾਂ ਜੇਕਰ ਗੱਲ ਕਰੀਏ, ਤੁਹਾਨੂੰ ਨਹੀਂ ਲੱਗਦਾ ਵੀਰੇ ਕਿ ਇੱਕ ਦੌਰ ਸੀਗਾ ਜਦੋਂ ਗੀਤ ਸੰਗੀਤ ਦੇ ਜ਼ਰੀਏ ਸੱਭਿਆਚਾਰ ਨੂੰ ਪਰੋਸਿਆ ਜਾਂਦਾ ਸੀ? ਸਾਡੀ ਲੋਕ ਕਥਾਵਾਂ ਦੀ ਗੱਲ ਕਰੀਏ, ਅਸੀਂ ਯੋਧਿਆਂ ਦੀ ਗੱਲ ਕਰੀਏ, ਜਾਂ ਅਸੀਂ ਮਤਲਬ ਕਿ ਵੀਰ ਹੈ ਨਾ, ਵੀਰ ਜਵਾਨ ਜਿਹੜੇ ਹੁੰਦੇ ਸੀ ਉਹਨਾਂ ਦੀ ਗੱਲ ਕਰੀਏ, ਉਹਨਾਂ ਨੂੰ ਪਰੋਸਿਆ ਜਾਂਦਾ ਸੀਗਾ। ਜਦ ਕਿ ਅੱਜ ਜਿਹੜਾ ਕਲਾਕਾਰ ਹੈ ਉਹ ਆਪਣੀਆਂ ਹੀ ਗਥਾਵਾਂ ਗਾਉਂਦਾ ਹੈ, ਔਰ ਫਿਰ ਪੇਰੈਂਟਸ ਦਾ ਜਾਂ ਯੂਥ ਦਾ ਕਹਿਣਾ ਇਹ ਹੈ ਕਿ ਅਸੀਂ ਰਸਤੇ ਤੋਂ ਭਟਕਣ ਦੀ ਵਜ੍ਹਾ ਸਾਡੀ ਇਨਫਲੂਐਂਸਿੰਗ ਗਾਣਿਆਂ ਤੋਂ ਹੋ ਰਹੀ ਹੈ, ਕਿਉਂਕਿ ਉਹਨਾਂ ਦੇ ਵਿੱਚ ਜੋ ਦੱਸਿਆ ਜਾਂਦਾ ਅਸੀਂ ਉਹਨੂੰ ਹੀ ਅਡੋਪਟ ਕਰ ਰਹੇ ਹਾਂ। ਸੋ ਇਹਦੇ ਕਰਕੇ ਤੇ ਸਾਡਾ ਯੂਥ ਆਲਰੇਡੀ ਬਹੁਤ ਇਨਸਿਕਿਉਰ ਹੈ। ਦੇਖ ਦੋਸਤਾ, ਆ ਮੇਰੇ ਕੋਲ ਚਾਹ ਪੀਂਦਾ ਪੀਂਦਾ ਮੈਂ ਤੁਹਾਡੇ ਕੋਲ ਆਇਆ। ਇੱਕ ਤਾਂ ਚਾਹ ਦਾ ਕੱਪ ਹੈ, ਹੁਣ ਇਹਦੇ 'ਚ ਦੁੱਧ ਵੀ ਹੈ। ਇੱਕ ਇੱਥੇ ਲਿਆ ਕੇ ਨਾ ਤੁਸੀਂ ਕਿਸੇ ਤੋਂ ਮੰਗਵਾ ਲਓ, ਇੱਥੇ ਜ਼ਹਿਰ ਦਾ ਕੱਪ ਰੱਖ ਦਿਓ, ਹੈ ਨਾ। ਹੁਣ ਤੁਸੀਂ ਦੋਨੇ ਕੱਪਾਂ 'ਚੋਂ ਮੈਨੂੰ ਪੇਸ਼ਕਸ਼ ਕਰੋਗੇ ਕਿ ਵੀਰ ਮੇਰਾ ਤੂੰ ਇਹਨਾਂ ਦੋਨਾਂ 'ਚੋਂ ਕਿਹੜਾ ਚੱਕੇਗਾ, ਤਾਂ ਮੈਂ ਆਹ ਚੱਕੂੰਗਾ ਜਿਹਦੇ 'ਚ ਦੁੱਧ ਹੈ ਜੀ, ਹੈ ਨਾ। ਸੋ ਜ਼ਿੰਦਗੀ 'ਚ ਕੋਈ ਵੀ ਕੰਟੈਂਟ ਹੈ ਜੋ ਇੱਕ ਪ੍ਰੋਡਕਟ ਬਣ ਕੇ ਆਉਂਦਾ ਸਾਡੇ ਸਾਹਮਣੇ, ਹੈ ਨਾ, ਉਹਨਾਂ ਵਿੱਚੋਂ ਪ੍ਰੋਡਕਟ ਬਣ ਕੇ ਸਾਡਾ ਗਾਉਣ ਵਜਾਉਣ ਵੀ ਹੈ, ਹੈ ਨਾ। ਇਹ ਪੋਸੀਬਲ ਹੀ ਨਹੀਂ ਹੈ। ਚੰਗੇ ਪੱਤਰਕਾਰ, ਮਾੜੇ ਪੱਤਰਕਾਰ, ਚੰਗਾ ਗਵਈਆ, ਮਾੜਾ ਗਵਈਆ, ਚੰਗਾ ਫਿਲਮ ਮੇਕਰ, ਮਾੜਾ ਫਿਲਮ ਮੇਕਰ, ਚੰਗਾ ਪੋਲੀਟੀਸ਼ੀਅਨ, ਮਾੜਾ ਪੋਲੀਟੀਸ਼ੀਅਨ, ਚੰਗਾ ਬਾਬਾ, ਮਾੜਾ ਬਾਬਾ, ਹੈ ਚੰਗਾ ਕਿਸਾਨ, ਮਾੜਾ ਕਿਸਾਨ, ਚੰਗਾ ਦਰਜੀ, ਮਾੜਾ ਦਰਜੀ। ਕੋਈ ਵੀ ਕੰਮ ਲਓ ਤੁਸੀਂ ਜ਼ਿੰਦਗੀ 'ਚ, ਸਾਰੇ ਪਾਸੇ ਇਹੀ ਤਾਂ ਜ਼ਿੰਦਗੀ ਹੈ। ਜੇ ਸਾਰਾ ਕੁਛ ਸਾਧਾਂ ਦਾ ਹੀ, ਮਸਤਾਂ ਦਾ ਹੀ ਵਿਹੜਾ ਹੋ ਜੇ, ਫਿਰ ਤਾਂ ਚਰਚਾ ਹੀ ਨਹੀਂ ਕੋਈ ਹੈਗੀ। ਚਰਚਾ ਕਿਉਂ ਬਣੀ? ਕਿਉਂਕਿ ਸਮਾਜ ਹੈ, ਨਹੀਂ ਤਾਂ ਸਾਰੇ ਚੁੱਪ ਹੈ। ਫਿਰ ਤਾਂ ਜਿਵੇਂ ਸਾਧੂ ਹੈ, ਜਾਣੀ ਘੰਟਿਆਂ ਬੱਧੀ ਚੁੱਪ ਬੈਠੇ ਰਹਿੰਦੇ ਹੁੰਦੇ, ਕੋਈ ਗੱਲ ਹੀ ਨਹੀਂ ਕਰਦੇ। ਉਹ ਸਮਾਜ ਡਿਸਕਸ਼ਨ, ਆ ਮੀਡੀਆ ਕਿਉਂ ਬਣਿਆ ਹੈ? ਤਾਂ ਚੰਗੇ ਨੂੰ ਚੰਗਾ ਕਹਿਣ ਲਈ, ਮਾੜੇ ਨੂੰ ਮਾੜਾ ਕਹਿਣ ਦੇ ਲਈ। ਸੋ ਇਹ ਤਾਂ ਸਮਾਜ ਦਾ ਅੰਗ ਹੈ, ਇਹ ਤਾਂ ਬੇਸ਼ੱਕ ਨਾਲ ਨਾਲ ਚੱਲਣੇ ਹੈ। ਪਰ ਰੌਲਾ ਇਹ ਹੈ ਕਿ ਸਾਡੇ ਸਮਾਜ 'ਤੇ ਹੈ ਕਿ ਅਸੀਂ ਕੀ ਸੁਣਨਾ। ਸਾਡੇ ਨੌਜਵਾਨ ਹੈ, ਦੇਖੋ ਨਾ, ਆਪਾਂ ਦੋਵੇਂ ਜਿਸ ਦਿਨ ਮਾਂ ਦੀ ਕੁੱਖ 'ਚੋਂ ਆਏ ਸੀ, ਤਾਂ ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਅਸੀਂ 100% ਐਕਟੀਵੇਟ ਸੀ, ਜਾਣੀ ਬਾਬੇ ਨਾਨਕ ਵਰਗੇ ਸੀ ਆਪਾਂ ਦੋਵੇਂ। ਹੌਲੀ ਹੌਲੀ ਅੱਜ ਨਾਸਾ ਕਹਿੰਦਾ ਕਿ ਤੁਸੀਂ 98% ਬਲੌਕ ਪਏ ਹੋ, 2% ਐਕਟੀਵੇਟ ਹੋ। ਇਹੋ ਜਿਹਾ ਸਾਡਾ 30-35 ਸਾਲਾਂ ਦੀ ਉਮਰ 'ਚ ਕੀ ਘਟਿਆ ਸਾਡੀ ਜ਼ਿੰਦਗੀ 'ਚ? ਆਪਾਂ ਕਿਸੇ ਹੋਰ ਦੀ ਗੱਲ ਨਹੀਂ ਕਰਦੇ, ਆਪਾਂ ਦੋਵਾਂ ਦੀ ਗੱਲ ਕਰਦੇ ਹਾਂ। ਇਹੋ ਜਿਹਾ 30-35 ਸਾਲਾਂ 'ਚ ਕੀ ਘਟ ਗਿਆ ਕਿ ਅਸੀਂ 2% ਹੀ ਰਹਿ ਗਏ? ਆਹੀ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਓਬਜ਼ਰਵ ਕੀਤਾ, ਹੈ ਨਾ, ਜਿਨ੍ਹਾਂ ਚੀਜ਼ਾਂ ਨੂੰ ਅਸੀਂ ਅਪਣਾਇਆ। ਸੋ ਇੱਥੇ ਲੋੜ ਹੈ ਸਾਨੂੰ, ਹੈ ਨਾ, ਕਿ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ ਸਾਡੇ ਮਾਂ-ਬਾਪ ਦੀ, ਹੈ ਨਾ। ਜਦੋਂ ਉਸ ਤਰ੍ਹਾਂ ਦੀ ਇੱਕ ਭਾਗਾਂ ਵਾਲੀ ਕੁੱਖ ਮਿਲਦੀ ਹੈ ਕਿਸੇ ਪੁੱਤ ਨੂੰ ਜਾਂ ਕਿਸੇ ਧੀ ਨੂੰ, ਤਾਂ ਮਾਂ-ਬਾਪ ਦਾ ਫਰਜ਼ ਬਣਦਾ ਕਿ ਪਹਿਲੇ ਜਿਹੜੇ 7-8-10 ਸਾਲ ਹੈ, ਪਰਵਰਿਸ਼ ਕਿੱਦਾਂ ਦੀ ਹੋਣੀ ਚਾਹੀਦੀ ਹੈ ਨਾ। ਜੇ ਹਿੰਦੂ ਦੇ ਘਰੇ ਆ ਤਾਂ ਸਲੋਕਾਂ ਨਾਲ ਜੁੜਿਆ ਰਹੇ ਬੱਚਾ, ਜੇ ਕਿਸੇ ਸਿੱਖ ਦੇ ਘਰੇ ਆ ਤਾਂ ਗੁਰਬਾਣੀ ਨਾਲ ਜੁੜਿਆ ਰਹੇ, ਜੇ ਕਿਸੇ ਮੁਸਲਮਾਨ ਦੇ ਘਰੇ ਆ ਤਾਂ ਕੁਰਾਨ ਦੀਆਂ ਨਾਇਤਾਂ ਨਾਲ ਜੁੜਿਆ ਰਹੇ, ਹੈ ਨਾ। ਉਹ ਕਨਸੈਪਟ ਸਾਨੂੰ ਸਾਰਾ ਸਮਝ ਆਵੇ ਕਿ ਗੁਰਦੁਆਰੇ, ਮੰਦਰਾਂ, ਮਸੀਤਾਂ ਦਾ ਕੀ ਮਕਸਦ ਕੀ ਹੈ, ਸਾਡਾ ਸਮਾਜ 'ਚ ਅਸੀਂ ਕਿਸ ਤਰ੍ਹਾਂ ਵਿਚਰਨਾ। ਜਦੋਂ ਸਾਨੂੰ ਪਾਣੀ ਉਸ ਤਰ੍ਹਾਂ ਦਾ ਮਿਲਦਾ ਨਾ, ਤਾਂ ਫਿਰ ਵੱਡਿਆਂ ਹੋ ਕੇ ਜਦੋਂ ਕਈ ਵਾਰੀ ਸਾਡੇ ਸਾਹਮਣੇ ਕੋਈ ਨੈਗੇਟਿਵ ਪੋਜ਼ੀਟਿਵ ਚੀਜ਼ਾਂ ਆਉਂਦੀਆਂ ਨਾ, ਤਾਂ ਫਿਰ ਸਾਡੀ ਸਿਲੈਕਸ਼ਨ ਬੜੀ ਕਲੀਅਰ ਹੁੰਦੀ ਹੈ ਕਿ ਮੇਰਾ ਆਹ ਹੈ।
ਤਾਂ ਹੁਣ ਰੌਲਾ ਉਹੀ ਹੈ ਕਿ ਬੇਸਿਕਸ ਤੇ ਕੰਮ ਨਹੀਂ ਹੋਇਆ ਹੋਇਆ। ਕੰਟੈਂਟ ਨੋ ਡਾਊਟ ਜ਼ਿਆਦਾ ਪ੍ਰੋਡਕਟ ਉਹੀ ਆ ਰਹੇ ਆ ਜਿਹੜੇ ਸਾਡੇ ਕੰਮ ਦੇ ਨਹੀਂ, ਉਹ ਇਕੱਲੇ ਆਰਟ ਨੂੰ ਲੈ ਕੇ ਨਹੀਂ, ਸਭ ਪਾਸੇ ਉਹ ਆ ਰਹੇ ਆ। ਇਸ ਕਰਕੇ ਸਾਡੇ ਯੰਗਸਟਰ ਨੂੰ ਵੀ ਜਿਹੜੇ ਗਵਾਚ ਰਹੇ ਆ ਜਾਂ ਇਹਨਾਂ ਚੀਜ਼ਾਂ 'ਚ ਉਲਝ ਰਹੇ ਆ, ਉਹਨਾਂ ਦਾ ਬੇਸਿਕਲੀ ਫੰਡਾ ਹੀ ਨਹੀਂ ਕਲੀਅਰ, ਉਹਨਾਂ ਦਾ ਉਸ ਚੀਜ਼ ਨੂੰ ਲੈ ਕੇ ਵਿਜ਼ਨ ਹੀ ਨਹੀਂ ਆਇਆ ਕਿ ਯਾਰ ਕਿ ਕੀ ਠੀਕ ਹੈ ਤੇ ਕੀ ਗਲਤ ਹੈ। ਉਹਨਾਂ ਨੂੰ ਸਾਰਾ ਕੁਝ ਬਸ ਐਂ 'ਚ ਲੱਗੀ ਜਾਂਦਾ। ਹੁਣ ਕਈ ਵਾਰੀ ਮੈਂ ਪ੍ਰੋਗਰਾਮਾਂ 'ਚ ਹੱਸਦਾ ਨਾ, ਮੈਂ ਕਿਹਾ ਯਾਰ ਤੁਸੀਂ ਉਹ ਫਲਾਨਾ ਜਿਹੜਾ ਗਲਤ ਜਿਹੇ ਗਾਣੇ ਗਾਉਂਦਾ, ਤੁਸੀਂ ਉਹਨਾਂ ਦੇ ਖਾੜੇ 'ਚ ਵੀ ਜਾਂਦੇ ਹੋ, ਤੁਸੀਂ ਮੇਰੇ ਵਾਲੇ 'ਚ ਵੀ ਆ ਜਾਂਦੇ ਹੋ, ਫਰਕ ਕੀ ਹੈ ਹੈ ਨਾ? ਪਰ ਉਹਨਾਂ ਕੋਲ ਜਵਾਬ ਨਹੀਂ ਹੁੰਦਾ ਕੋਈ। ਇਸ ਕਰਕੇ ਇਹ ਮਾਂ-ਬਾਪ ਦਾ ਫਰਜ਼ ਤੇ ਬਾਕੀ ਆਲ ਓਵਰ ਨਾ ਇੱਕ ਔਰਾ ਡਿਵੈਲਪ ਹੁੰਦਾ ਉਹ ਨੇਚਰ ਕਰਦੀ ਹੁੰਦੀ ਹੈ। ਹੁਣ ਲੱਗਦਾ ਕਿ ਕੁਦਰਤ ਵੀ ਨਾ ਇੱਕ ਪਾਸੇ ਜਿਹੀ ਬੈਠੀ ਹੈ ਤੇ ਉਹ ਕਹਿ ਰਹੀ ਹੈ ਕਿ ਕੋਈ ਗੱਲ ਨਹੀਂ, ਤੂੰ ਪਲੇ ਕਰ, ਤੂੰ ਖੇਡ ਕੇ ਦੇਖ ਕਰੀ, ਕੋਈ ਗੱਲ ਨਹੀਂ। ਜਿਸ ਦਿਨ ਜਮਾਂ ਤੈਨੂੰ ਪਤਾ ਲੱਗ ਗਿਆ ਨਾ ਕਿ ਮੇਰੇ ਬਾਝੋਂ ਤੂੰ ਕਿਸੇ ਕੰਮ ਦਾ ਨਹੀਂ, ਜਦੋਂ ਜਮਾਂ ਰੁਲ ਗਿਆ, ਅਸੀਂ ਉਸੇ ਕਿਨਾਰੇ ਤੇ ਹੀ ਹਾਂ। ਹੁਣ ਬਸ ਧੱਕਾ ਵੱਜਣ ਵਾਲੀ ਦੇਰ ਹੈ। ਪੰਜਾਬ ਤੁਹਾਨੂੰ ਵੀ ਪਤਾ, ਤੁਸੀਂ ਤਾਂ ਮੀਡੀਆ ਵਾਲੇ ਹੋ, ਤੁਸੀਂ ਸਾਥੋਂ ਵੱਧ ਜਾਣਦੇ ਹੋ ਪੰਜਾਬ ਨੂੰ। ਤਾਂ ਹੁਣ ਕੋਈ ਬਹੁਤੀ ਦੂਰ ਦੀਆਂ ਗੱਲਾਂ ਨਹੀਂ ਜੀ, ਅਸੀਂ ਨਾ ਸੰਭਲੇ, ਸਭ ਪਾਸਿਓਂ ਅਸੀਂ ਪਛੜੇ ਪਏ ਹਾਂ। ਸੋ ਮੈਨੂੰ ਲੱਗਦਾ ਬਹੁਤ ਸਾਰੇ ਕਾਰਨ ਹੈ ਕਿ ਜਿਹੜੇ ਹੌਲੀ ਹੌਲੀ ਟੈਕਸਟ ਬਣਦਿਆਂ ਕਹਾਣੀ ਇੱਥੇ ਆ ਗਈ ਕਿ ਹੁਣ ਹਰ ਚੀਜ਼ ਸਾਡੇ 'ਤੇ ਪੁੱਠਾ ਵਾਰ ਕਰ ਰਹੀ ਹੈ। ਬਿਲਕੁਲ। ਆਪਾਂ ਇਹਨਾਂ ਗੱਲਾਂ ਤੋਂ ਥੋੜ੍ਹਾ ਜਿਹਾ ਹਟ ਕੇ ਜੇ ਇੱਕ ਗੱਲ ਮੈਂ ਕਰਨਾ ਚਾਹਾਂਗੀ, ਕਿਉਂਕਿ ਅੱਜ ਅਸੀਂ ਸਕੂਨ ਲੱਭਦੇ ਹਾਂ, ਬੇਸਿਕਲੀ ਮਿਲਦਾ ਨਹੀਂ ਹੈ, ਸਾਨੂੰ ਲੱਭਣਾ ਪੈਂਦਾ। ਸੋ ਜੇਕਰ ਅਸੀਂ ਆਪਣੇ ਖਾਸ ਲੋਕਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਨਾਲ ਦਿਲ ਦੀ ਨੇੜਤਾ ਹੈ, ਯਾਰ ਦੋਸਤ ਹੋ ਗਏ ਹੈ ਨਾ, ਅੱਜ ਜਦੋਂ ਮਹਿਫਿਲਾਂ 'ਚ ਬਹਿੰਦੇ ਹੋ ਅਤੇ ਜਦੋਂ ਪੁਰਾਣੀਆਂ ਮਹਿਫਿਲਾਂ ਯਾਦ ਆਉਂਦੀਆਂ ਨੇ ਕਾਲਜ ਟਾਈਮ ਦੀਆਂ, ਸੋ ਵੀਰੇ ਕੀ ਕਮੀ ਲੱਗਦੀ ਹੈ ਅੱਜ ਮਹਿਫਲਾਂ 'ਚ ਹੀ ਬਹਿ ਕੇ? ਕਮੀ ਕੋਈ ਨਹੀਂ ਹੈ। ਮੇਰੇ ਦੋਸਤ ਜਿਹੜੇ ਪਹਿਲਾਂ ਤੋਂ ਸੀ ਉਹੀ ਮੇਰੇ ਹੁਣ ਦੋਸਤ ਨੇ। ਜਿਹੜੇ ਯੂਨੀਵਰਸਿਟੀਆਂ 'ਚ ਬਣੇ 7-8 ਮੇਰੇ ਆੜੀ, ਉਹ ਮੇਰੇ ਹੁਣ ਵੀ ਪੱਕੇ ਆੜੀ ਹੈ। ਕਦੇ ਅਸੀਂ ਘੁੰਮਣ ਫਿਰਨ ਉਹਨਾਂ ਨੇ ਜਾਣਾ, ਹੁਣ ਕਈ ਵਿੱਚੋਂ ਕੈਨੇਡਾ ਚਲੇ ਗਏ, ਬਾਹਰ ਚਲੇ ਗਏ, ਉਹ ਜਦੋਂ ਵੀ ਆਉਂਦੇ ਆ ਤਾਂ ਸਪੈਸ਼ਲ ਫਿਰ ਸਾਰੇ ਮਿਲ ਕੇ ਇੱਕ ਟੂਰ ਬਣਾਉਂਦੇ ਆ। ਮੈਨੂੰ ਇੱਕ ਫੋਨ ਕਰ ਲੈਂਦੇ ਹੁੰਦੇ ਵੀ ਤੇਰੇ ਕਿਹੜੇ ਦਿਨਾਂ ਦੇ ਰੁਝੇਵੇਂ ਆ, ਕਿਹੜੇ ਦਿਨਾਂ 'ਚ ਤੂੰ ਵਿਹਲਾ, ਤਾਂ ਮਿਲ ਕੇ ਫਿਰ ਅਸੀਂ ਲੰਘ ਜਾਂਦੇ ਕੋਈ ਜਿੰਨੇ ਦਿਨਾਂ ਦਾ ਵੀ ਉਹ ਕਹਿੰਦੇ ਆ ਮੈਨੂੰ, ਤਾਂ ਅਸੀਂ ਸਾਰੇ ਉੱਦਾਂ ਹੀ ਹੱਸਦੇ ਖੇਡਦੇ ਹਾਂ। ਬਾਹਰ ਚਲੇ ਜਾਂਦੇ ਹਾਂ ਤਾਂ ਉੱਥੇ ਕਦੇ ਮੈਨੂੰ ਹੋਟਲਾਂ 'ਚ ਨਹੀਂ ਰਹਿਣ ਦਿੰਦੇ ਅਤੇ ਘਰਾਂ 'ਚ ਜਾ ਕੇ ਰਹਿੰਦੇ, ਉੱਦਾਂ ਹੀ ਵਿਚਰਦੇ ਹਾਂ ਅਸੀਂ। ਅਤੇ ਬਾਕੀ ਸਾਰਾ ਕੁਛ ਉੱਦਾਂ ਹੀ ਹੈ। ਜਿਹੜੇ ਸਕੂਲ ਵੇਲੇ ਦੇ ਉਹ ਨੀਕਰਾਂ ਵੇਲੇ ਦੇ ਆੜੀ ਸੀ ਮੇਰੇ, ਉਹ ਵੀ ਉਵੇਂ ਹੀ ਹੈ ਮੇਰੇ ਸਾਰੇ ਪਿੰਡੋਂ, ਕਿਉਂਕਿ ਬਠਿੰਡੇ ਲਾਗੇ ਮੇਰਾ ਮਹਿਮਾ ਪਿੰਡ ਹੈ, ਤਾਂ ਆਸੇ ਪਾਸੇ ਦੇ ਸਕੂਲਾਂ ਵਾਲੇ ਸੀ, ਗੋਨਿਆਣੇ ਮੰਡੀ ਦੇ ਆੜੀ ਸੀ। ਸੋ ਕੁਛ ਨਹੀਂ ਮੈਨੂੰ ਲੱਗਦਾ ਕੋਈ ਟੁੱਟਿਆ ਹੋਇਆ। ਕਾਫਲਾ ਬਸ ਇਹ ਹੈ ਕਿ ਦਿਨੋਂ ਦਿਨ ਵੱਧਦਾ ਜ਼ਰੂਰ ਜਾਂਦਾ, ਗਿਣਤੀ ਵੱਧਦੀ ਜਾਂਦੀ ਹੈ ਕਾਫਲੇ ਦੀ, ਪਰ ਉਹ ਸਾਰੇ ਭਲੇ ਲੋਕ ਮੈਨੂੰ ਲੱਗਦਾ ਵੀ ਉਵੇਂ ਮੇਰੇ ਨਾਲ ਸਾਰੇ ਹੈਗੇ ਆ ਅਤੇ ਮੈਂ ਸਾਰਿਆਂ ਨੂੰ ਉੱਦਾਂ ਹੀ ਮਾਣ ਰਿਹਾ ਜੀ। ਵੱਧਦੇ ਕਾਫਲੇ ਦੀ ਜੇਕਰ ਗੱਲ ਕਰੀਏ ਇੰਡਸਟਰੀ ਦੇ ਵਿੱਚ, ਕੌਣ ਹੈ ਅਜਿਹਾ ਜਿਹਨੂੰ ਤੁਸੀਂ ਕਾਲ ਕਰਕੇ ਬੋਲਦੇ ਹੋ ਕਿ ਤੇਰਾ ਗਾਣਾ ਬਹੁਤ ਸੋਹਣਾ ਲੱਗਾ ਮੈਨੂੰ, ਜਾਂ ਮੇਰਾ ਨਵਾਂ ਗੀਤ ਆਇਆ ਤੁਹਾਨੂੰ ਕਿਹੋ ਜਿਹਾ ਲੱਗਿਆ, ਜਾਂ ਉਹ ਖੁਦ ਕਾਲ ਕਰਕੇ ਤੁਹਾਨੂੰ ਕਹਿੰਦੇ ਨੇ ਵੀ ਵੀਰੇ ਆਹ ਗਾਣਾ ਤਾਂ ਤੁਸੀਂ ਕਮਾਲ ਕਰਤੀ, ਜਾਂ ਤੁਹਾਡੀ ਆਹ ਕਲਿੱਪ ਦੇਖੀ ਸੀ ਬਹੁਤ ਵਧੀਆ ਲੱਗਿਆ? ਇੱਦਾਂ ਤਾਂ ਨਹੀਂ ਹੈ ਅਸਲ 'ਚ ਇੰਡਸਟਰੀ 'ਚ ਨਾ ਮੈਂ ਬਹੁਤ ਘੱਟ ਵਿੱਚ ਰਿਹਾ ਜੀ। ਜਾਣੀ ਮੈਨੂੰ ਲੱਗਦਾ ਮੈਂ 7 ਸਾਲਾਂ 'ਚ ਨਹੀਂ, ਮੈਨੂੰ ਨਹੀਂ ਲੱਗਦਾ, ਪਰ ਬਹੁਤ ਗਵਈਏ ਹੈਗੇ ਜਿਹੜੇ ਮੈਨੂੰ ਚੰਗੇ ਲੱਗਦੇ ਆ ਕਿ ਜਿਨ੍ਹਾਂ ਦੇ ਗੀਤ ਮੈਂ ਸੁਣ ਲੈਂਦਾ ਆਪਣੀ ਇੰਡਸਟਰੀ ਦੇ ਵਿੱਚੋਂ। ਅਤੇ ਪਰ ਮੈਂ ਪਿਆਰ ਸਾਰਿਆਂ ਨੂੰ ਕਰਦਾ, ਪਰ ਕਦੇ ਨਾ ਜਿਵੇਂ ਇੱਕ ਕਲਚਰ ਜਿਹਾ ਹੁੰਦਾ ਕਿ ਕੋਈ ਗੈਟ ਟੂਗੈਦਰ ਆ, ਉੱਥੇ ਬੈਠਣਾ ਜਾਂ ਇੱਕ ਦੂਜੇ ਦੇ ਜਿਵੇਂ ਵਿਆਹਾਂ ਵੂਹਾਂ 'ਚ। ਇੱਕ ਤਾਂ ਹੁਣ ਆਏ ਆ ਪ੍ਰੋਬਲਮ ਸਭ ਤੋਂ ਵੱਡੀ, ਜਿਵੇਂ ਇੱਕ ਦਿਨ ਹੁਣ ਜਿਵੇਂ ਜੱਸੀ ਗਿੱਲ ਹੈ ਨਾ, ਮੇਰਾ ਪਿਆਰਾ ਮਿੱਤਰ ਹੈ, ਜੱਸੀ ਅਤੇ ਬੱਬਲ ਦੋਵੇਂ ਮੇਰੇ ਪਿਆਰੇ ਮਿੱਤਰ ਹੈ। ਤਾਂ ਇੱਥੇ ਹੋਮਲੈਂਡ 'ਚ ਉਹਨਾਂ ਦੇ ਹੈਗੇ ਆਪਣੇ ਘਰ, ਤਾਂ ਰਘਵੀਰ ਬੋਲੀ ਮੇਰਾ ਭਰਾ ਹੈ ਹੈ ਨਾ, ਉਹ ਮੇਰਾ ਬਹੁਤ ਨੇੜੇ ਤੋਂ ਹੈ। ਤਾਂ ਇੱਕ ਦਿਨ ਰਘਵੀਰ ਦੇ ਥਰੂ ਜਿਵੇਂ ਜੱਸੀ ਦੀ ਕਾਲ ਆਈ ਕਿ ਘਰੇ ਮਹਾਰਾਜ ਪ੍ਰਕਾਸ਼ ਕਰਾਇਆ ਹੋਇਆ ਵੀ ਬਾਈ ਆ ਜਾਊਗਾ, ਤਾਂ ਹੁਣ ਉਹੋ ਜਿਹੇ ਮਾਹੌਲ 'ਚ ਤਾਂ ਮੈਂ ਚਲਾ ਜਾਂਦਾ। ਹੁਣ ਜਿਹੜੀਆਂ ਹੋਰ ਪਾਰਟੀਆਂ ਨੇ ਜਾਂ ਹੋਰ ਜਿਹੜੇ ਵਿਆਹ ਨੇ ਉੱਥੇ ਮੈਂ ਫਿੱਟ ਨਹੀਂ ਬਹਿੰਦਾ, ਇਸ ਕਰਕੇ ਹੋ ਸਕਦਾ ਕਈ ਬਣਾਉਣਾ ਵੀ ਚਾਹੁੰਦੇ ਹੁਣ, ਪਰ ਉਹ ਮਾਹੌਲ ਨੂੰ ਦੇਖ ਕੇ ਕਹਿੰਦੇ ਵੀ ਯਾਰ ਉਹਨੂੰ ਬੁਲਾ ਕੇ ਫਿਰ ਇੱਥੇ ਕੀ ਕਰਾਂਗੇ, ਹੁਣ ਇੱਥੇ ਪੀਣ ਖਾਣ ਵਾਲਾ ਮਾਹੌਲ ਹੈ ਸਾਰਾ। ਸੋ ਕਦੇ ਅਚਨਚੇਤ ਕਦੇ ਮਿਲ ਗਿਆ। ਹਾਂ, ਪ੍ਰੋਟੈਸਟ ਟਾਈਮ ਅਸੀਂ ਕਾਫੀ ਮਿਲਦੇ ਰਹੇ ਹਾਂ, ਜਿਵੇਂ ਬਾਈ ਹਰਭਜਨ ਹੋਣੀ ਮਿਲਦੇ ਰਹੇ ਹੈ, ਜਾਂ ਬਾਵਾ ਵੀਰ ਮਿਲਦਾ ਰਿਹਾ। ਸੋ ਹੋਰ ਬਹੁਤ ਸਾਰੇ ਹਾਂ, ਮੈਂ ਤੇ ਹਾਰਫ ਅਸੀਂ ਜ਼ਰੂਰ ਹੁਣ ਜਾਣੀ ਪਿਛਲੇ 9-10 ਮਹੀਨਿਆਂ ਤੋਂ ਸਾਡੀ ਪੱਕੀ ਆੜੀ ਪੈ ਗਈ ਹੈ। ਔਰ ਸਾਡੀ ਦੋਸਤੀ ਜਾਣੀ ਮੈਨੂੰ ਲੱਗਦਾ ਕਿ ਹੁਣ ਜਿਵੇਂ ਜਦੋਂ ਤੱਕ ਅਸੀਂ ਹੈਗੇ ਹਾਂ, ਮਹਾਰਾਜ ਨੇ ਸਭ ਬਖਸ਼ਿਆ ਕਿ ਅਸੀਂ ਜ਼ਰੂਰ ਇੱਕ ਦੂਜੇ ਨਾਲ ਵਿਚਰਦੇ ਰਹਾਂਗੇ। ਆ ਇੰਟਰਵਿਊ ਤੋਂ ਪਹਿਲਾਂ ਵੀ ਹੁਣ ਉਹਦਾ ਫੋਨ ਆ ਕੇ ਹਟਿਆ, ਕਿਤੇ ਕੋਈ ਪ੍ਰੋਗਰਾਮ ਸੀ ਇੱਦਾਂ ਜਾਣ ਦਾ। ਸੋ ਹੋਰ ਐਂ ਤਾਂ ਹੈਗੇ ਗਵਈਏ, ਐਂ ਤਾਂ ਗਾਹੇ ਵਗਾਹੇ ਮਿਲਦੇ ਰਹਿੰਦੇ ਆ, ਪਰ ਜੇ ਤੁਸੀਂ ਆਖੋ ਕਿ ਕੋਈ ਫੋਨ ਫਾਨ 'ਤੇ ਗੱਲਾਂ ਹੋਣ ਵਾਲਾ ਕੰਮ ਨਹੀਂ, ਮੇਰੀ ਕੋਈ ਇੱਦਾਂ ਦਾ ਕੋਈ ਬਣਿਆ ਨਹੀਂ ਹੈਗਾ ਮੇਰਾ ਮਾਹੌਲ ਸਾਰਾ। ਓਕੇ, ਇੱਕ ਸਵਾਲ ਮੇਰੇ ਦਿਲ 'ਚ ਜ਼ਰੂਰ ਹੈ, ਜਦੋਂ ਕਲਾਕਾਰ ਇੱਕ ਸਟਰਗਲਿੰਗ ਪੀਰੀਅਡ ਤੋਂ ਨਿਕਲਦਾ ਹੈ ਅਤੇ ਇੱਕ ਮੁਕਾਮ 'ਤੇ ਪਹੁੰਚਦਾ ਹੈ, ਤੁਸੀਂ ਰੈਸਟੋਰੈਂਟਸ ਦੇ ਵਿੱਚ ਵੀ ਤੁਸੀਂ ਗਾਣ 'ਤੇ ਮਜਬੂਰ ਹੋ ਗਏ ਸੀ ਇੱਕ ਟਾਈਮ 'ਤੇ, ਵੀਕਐਂਡ 'ਤੇ ਤੁਹਾਨੂੰ ਜਾਣਾ ਪੈਂਦਾ ਸੀ, ਯੂਨੀਵਰਸਿਟੀ ਤੁਸੀਂ ਪੜ੍ਹਦੇ ਸੀਗੇ, ਉਦੋਂ ਲੋਕ ਸ਼ਾਇਦ
ਉਮਰ ਦੇਖ ਕੇ ਉਹਨਾਂ ਸੀਰੀਅਸਲੀ ਨਹੀਂ ਲੈਂਦੇ ਹੋਣਗੇ ਤੁਹਾਡੀ ਗਾਇਕੀ ਨੂੰ, ਜਾਂ ਕੁਝ ਬਹੁਤ ਸੋਹਣਾ ਮੰਨਦੇ ਵੀ ਹੋਣਗੇ, ਹੈ ਨਾ? ਇੱਕ ਇਮੇਜ ਹੌਲੀ ਹੌਲੀ ਬਣਦੀ ਹੈ ਨਾ ਇਨਸਾਨ ਦੀ। ਉਦੋਂ ਤੁਹਾਡੀ ਕੋਈ ਖਾਸੀ ਇਮੇਜ ਬਣੀ ਨਹੀਂ ਸੀ ਕਿਉਂਕਿ ਤੁਹਾਡੇ ਸ਼ੁਰੂਆਤੀ ਦੌਰ ਸੀਗਾ, ਉਹ ਸਮਾਂ ਸੀਗਾ। ਕਦੀ ਕੋਈ ਅਜਿਹੀ ਸਿਚੁਏਸ਼ਨ ਨਹੀਂ ਆਈ ਜੋ ਅੱਜ ਯਾਦ ਆਉਂਦੀ ਹੈ ਜਦੋਂ ਕਿਸੇ ਨੇ ਗਾਇਕੀ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੋਵੇ, ਜਾਂ ਆਪਾਂ ਬੈਡ ਐਲੀਮੈਂਟ ਦੀ ਗੱਲ, ਜਿੱਥੋਂ ਤੁਸੀਂ ਲੈਸਨ ਲਈ ਮੇਰੀ ਜ਼ਿੰਦਗੀ ਦਾ ਇੱਕ ਮਤਲਬ ਲੈਸਨ ਹੈ, ਮੈਂ ਹੁਣ ਅੱਗੇ ਵਧਣਾ, ਔਰ ਅੱਜ ਤੁਸੀਂ ਉਹ ਜ਼ਰੂਰ ਯਾਦ ਕਰਦੇ ਹੋ, ਜਾਂ ਉਹ ਤੁਹਾਡੇ ਜ਼ਿਹਨ 'ਚ ਹੈਗਾ ਜਿਹੜਾ ਤੁਹਾਨੂੰ ਯਾਦ ਆਉਂਦਾ ਹੈ? ਮੈਂ ਨਾ ਮੇਰੇ ਹੱਥ ਜੁੜ ਜਾਂਦੇ ਆ ਜਦੋਂ ਕਿਸ ਤਰ੍ਹਾਂ ਦਾ ਸਵਾਲ ਕਹਿੰਦਾ ਮੈਨੂੰ, ਕਿ ਕੋਈ ਤੂੰ ਇੱਦਾਂ ਦਾ ਕੋਈ ਸਮਾਂ ਦੱਸ ਵੀ ਜਦੋਂ ਤੈਨੂੰ ਐਂ ਲੱਗਿਆ ਹੋਵੇ ਵੀ ਕੋਈ ਇੱਥੋਂ ਤੈਨੂੰ ਕਿਸੇ ਨੇ ਸੁਣਿਆ ਨਹੀਂ ਜਾਂ ਕੋਈ ਹੋਰ। ਮੈਨੂੰ ਨਾ ਵੀਰ ਮੇਰਿਆ 6ਵੀਂ ਕਲਾਸ 'ਚ ਮੈਂ ਪਹਿਲੀ ਵਾਰੀ ਬਾਲ ਸਭਾ 'ਚ ਗਾਇਆ ਸੀ। 6ਵੀਂ ਕਲਾਸ ਤੋਂ ਲੈ ਕੇ ਅੱਜ ਦੇ ਅੱਲਾਹੂ ਤੱਕ ਕੋਈ ਸਿੰਗਲ ਸਟੇਜ ਵੀ ਨਹੀਂ ਹੈ ਜਿੱਥੇ ਕਿਸੇ ਨੇ ਕੋਈ ਇੱਦਾਂ, ਮੈਨੂੰ ਕਾਲਜ 'ਚ ਵੀ ਐਂ ਕਹਿ ਦਿੰਦੇ ਸੀ ਵੀ ਇਹ ਰਾਜਾ ਹੈ, ਯੂਨੀਵਰਸਿਟੀ 'ਚ ਵੀ ਮੈਨੂੰ ਮਹਾਰਾਜ ਨੇ ਰਾਜਾ ਵਾਂਗੂ ਰੱਖਿਆ। ਹਾਲਾਂਕਿ ਉਦੋਂ ਮੇਰਾ ਕੁਝ ਰਿਲੀਜ਼ ਨਹੀਂ ਹੋਇਆ ਸੀ ਜੀ, ਪਰ ਜਿੱਥੇ ਵੀ ਮੈਂ ਯੂਨੀਵਰਸਿਟੀ ਜਦੋਂ ਕਿਸੇ ਸਟੇਜ 'ਤੇ ਆਉਣਾ, ਭਾਵੇਂ ਮੈਂ ਆਰਟਸ ਆਡੀਟੋਰੀਅਮ 'ਚ ਗਾ ਰਿਹਾ, ਭਾਵੇਂ ਓਪਨ ਏਅਰ 'ਚ ਗਾ ਰਿਹਾ, ਕਲਾ ਭਵਨ 'ਚ ਗਾ ਰਿਹਾ, GTB ਹਾਲ 'ਚ ਗਾ ਰਿਹਾ, ਜਾਂ ਕਿਸੇ ਹੋਰ ਸਮਾਗਮ 'ਚ ਗਾ ਰਿਹਾ, ਸੈਮੀਨਾਰ 'ਚ ਗਾ ਰਿਹਾ, ਸਟੇਜ 'ਤੇ ਚੜ੍ਹਨ ਤੋਂ ਪਹਿਲਾਂ ਤਾੜੀਆਂ ਵੱਜਦੀਆਂ ਹੁੰਦੀਆਂ ਸੀ ਤੇ ਕਹਿ ਕੇ ਰੋਕਣਾ ਪੈਂਦਾ ਹੁੰਦਾ ਸੀ ਕਿ ਹੁਣ ਮੈਨੂੰ ਗਾ ਲੈਣ ਦਿਓ। ਓਕੇ, ਇਹ ਉਹਦੀ ਬਖਸ਼ਿਸ਼ ਹੈ ਜੀ। ਸੋ ਉਸ ਤੋਂ ਬਾਅਦ ਤਾਂ ਚਲੋ ਜਦੋਂ ਪ੍ਰੋਫੈਸ਼ਨਲੀ ਇੱਦਾਂ ਗਾਉਣ ਲੱਗ ਗਏ ਤਾਂ ਮੈਨੂੰ ਨਹੀਂ ਲੱਗਦਾ ਕਿ ਇਵਨ ਕੋਈ ਸਿੰਗਲ ਸ਼ੋਅ ਮੇਰੇ ਦਿਮਾਗ 'ਚ ਹੋਵੇ ਵੀ ਜਿੱਥੇ ਲੋਕਾਂ ਨੇ ਕਹਤਾ ਵੀ ਛੱਡ ਯਾਰ ਕੀ ਹੈ। ਇਹ ਸਭ ਉਹ ਪਰਮਾਤਮਾ ਦੀ ਮਿਹਰ ਹੈ ਜੀ, ਇਹ ਸਭ ਉਸੇ ਦਾ ਹੀ ਹੈ ਕਿ ਮਹਾਰਾਜ ਉਸ ਵੇਲੇ ਆਪ ਹਾਜ਼ਰ ਹੋ ਕੇ ਉਸ ਤਰ੍ਹਾਂ ਦਾ ਔਰਾ ਬਣਾ ਕੇ ਦਿੰਦਾ ਮੈਨੂੰ ਕਿ ਜਿਹਦੇ 'ਚ ਫਿਰ ਅਸੀਂ ਸਾਰੇ ਭਿੱਜ ਕੇ, ਮੇਰੇ ਸਰੋਤੇ ਵੀ ਤੇ ਮੈਂ ਗਵਈਆ ਵੀ, ਤੇ ਸਾਰੇ ਬਸ ਇੱਕ ਹੋ ਕੇ ਗਾਉਣੇ। ਜਿੱਦਾਂ ਕਿ ਤੁਸੀਂ ਕਿਹਾ ਹੀ ਸੀਗਾ ਕਿ ਮਿਹਨਤ ਕਰਨਾ ਸਾਡਾ ਕੰਮ ਹੈ, ਕੁਦਰਤ ਆਪਣੇ ਆਪ ਤੁਹਾਨੂੰ ਦਿੰਦੀ ਜਾਂਦੀ ਹੈ, ਸੋ ਸ਼ੁਰੂ ਤੋਂ ਹੀ ਤੁਸੀਂ ਬਲੈਸਡ ਹੋ। ਆਪਾਂ ਇੱਕ ਜਾਣ ਤੋਂ ਪਹਿਲਾਂ ਛੋਟੀ ਜਿਹੀ ਗੇਮ ਖੇਡਾਂਗੇ, ਤੁਹਾਡੇ ਹੀ ਗੀਤਾਂ ਦੇ ਮੈਂ ਨਾਮ ਲਵਾਂਗੀ ਔਰ ਉਹਨਾਂ ਤੋਂ ਹੀ ਜੁੜਿਆ ਇੱਕ ਸਵਾਲ ਜਿਹੜਾ ਉਹ ਹੋਵੇਗਾ। ਤੁਹਾਡਾ ਗੀਤ ਆਇਆ ਸੀ ਮਹਿਮਾਨ, ਆ ਜਿਹੜਾ ਹੁਣ ਆਪਣਾ ਤੁਣਕਾ ਮੂਵੀ 'ਚ ਆਇਆ, ਬਿਲਕੁਲ। ਮਹਿਮਾਨ ਨੂੰ ਲੈ ਕੇ ਜੇ ਕੁਝ ਦੱਸਣਾ ਹੋਵੇ ਜਾਂ ਕੁਝ ਕਹਿਣਾ ਹੋਵੇ ਤੇ ਮਹਿਮਾਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਕੋਈ ਇਹੋ ਜਿਹਾ ਇਨਸੀਡੈਂਸ, ਕੋਈ ਇਹੋ ਜਿਹੀ ਯਾਦ? ਮਹਿਮਾਨ ਦੇ ਮਸਲੇ 'ਚ ਅਸੀਂ ਬਹੁਤ ਕਲੀਅਰ ਹੋਣੇ ਚਾਹੀਦੇ ਹਾਂ। ਅੱਜ ਕੱਲ੍ਹ ਨਾ ਮੈਂ ਸਟੇਜ 'ਤੇ ਹੱਸਦਾ ਹੁੰਦਾ, ਮੈਂ ਕਿਹਾ ਅੱਜ ਕੱਲ੍ਹ ਅਸੀਂ ਬੜੇ ਉਹ ਡਬਲ ਫੇਸ ਜਿਹੇ ਹੋ ਗਏ। ਕਈ ਵਾਰੀ ਅਸੀਂ ਘਰਾਂ 'ਚ ਮੰਨ ਲਓ ਡਰਾਇੰਗ ਰੂਮ 'ਚ ਕੋਈ ਮਹਿਮਾਨ ਆ ਜਾਏ ਨਾ ਤਾਂ ਅਸੀਂ ਬੜੀ ਜਾਣੀ ਉਹ ਫਾਰਮੈਲਿਟੀ ਕਰਦੇ ਹਾਂ, ਬੜਾ ਚੰਗਾ ਲੱਗਿਆ ਜੀ ਆਇਆਂ ਨੂੰ, ਕੀ ਲਓਗੇ, ਹੈ ਨਾ, ਚਾਹ ਲਓਗੇ ਜਾਂ ਪ੍ਰਸ਼ਾਦਾ ਛਕੋਗੇ। ਉਹ ਬੈਠ ਕੇ ਮੀਆਂ ਬੀਬੀ ਦੋਨੇ ਰਸੋਈ 'ਚ ਆਏ, ਇੱਕ ਦੂਜੇ ਨੂੰ ਕਿਹਨੇ ਬੁਲਾਇਆ ਸੀ ਇਹਨਾਂ ਨੂੰ, ਹੈ ਨਾ। ਤਾਂ ਮਹਿਮਾਨ ਦੇ ਮਸਲੇ 'ਚ ਮੈਂ ਚਾਹੁੰਦਾ ਵੀ ਸਾਡੇ ਘਰ 'ਚ ਅਸੀਂ ਉਹਨਾਂ ਨੂੰ ਬੁਲਾਈਏ ਕਿ ਜਿਨ੍ਹਾਂ ਨੂੰ ਵਾਕਿਆ ਸਾਨੂੰ ਲੱਗਦਾ ਕਿ ਮਹਿਮਾਨ ਰੱਬ ਵਰਗਾ ਹੈ, ਕਿ ਜਿਨ੍ਹਾਂ ਨਾਲ ਅਸੀਂ ਜਾਣੀ ਬਹੁਤ ਸਾਰਾ ਟਾਈਮ ਸਪੈਂਡ ਕਰ ਸਕਦੇ, ਜਿਨ੍ਹਾਂ ਨੂੰ ਕੋਈ ਫਾਰਮੈਲਿਟੀ ਕਰਨ ਦੀ ਲੋੜ ਨਹੀਂ, ਜਿਹੜਾ ਸਾਡੀ ਰਸੋਈ 'ਚ ਜਾ ਕੇ ਆਪ ਚੱਕ ਕੇ ਖਾ ਸਕਦਾ, ਉਸੇ ਮਹਿਮਾਨ ਨੂੰ ਬੁਲਾਉਣਾ ਚਾਹੀਦਾ। ਫਾਰਮੈਲਿਟੀ ਇਹੀਆਂ ਵਾਲਾ ਕੰਮ ਨਹੀਂ ਕਰਨਾ ਚਾਹੀਦਾ। ਇਸ਼ਕ ਤੁਹਾਡਾ ਗਾਣਾ ਸੀਗਾ, ਬਹੁਤ ਪਿਆਰਾ ਗੀਤ ਜੀ। ਇਸ਼ਕ ਜ਼ਿੰਦਗੀ 'ਚ ਕੀ, ਤੁਹਾਡੀ ਜ਼ਿੰਦਗੀ 'ਚ ਇਸ਼ਕ ਕੀ ਹੈ? ਤੁਹਾਡੇ ਲਈ ਇਸ਼ਕ ਦੀ ਡੈਫੀਨੇਸ਼ਨ ਕੀ ਹੈ? ਇਸ਼ਕ ਤਾਂ ਬੰਦਗੀ ਹੈ ਜੀ, ਹੈ ਨਾ। ਜਿਵੇਂ ਮੇਰਾ ਸੰਗੀਤ ਹੈ ਤਾਂ ਸੰਗੀਤ ਤੋਂ ਪਹਿਲਾਂ ਮੇਰੀ ਬੇਬੇ ਹੈ, ਤਾਂ ਮੇਰੇ ਲਈ ਇਸ਼ਕ ਹੈ, ਹੈ ਨਾ। ਅੱਜ ਮੈਂ ਬੇਬੇ ਕੋਲ ਜਾ ਰਿਹਾ ਜੀ, ਤਾਂ ਇਹ ਇਸ਼ਕ ਹੈ ਮੇਰਾ ਬਸ, ਕਿ ਜਿੱਥੋਂ ਮੈਨੂੰ ਉਹ ਚੰਗਿਆਈ, ਉਹ ਖਾਲਸ ਸੁਨੇਹਾ, ਉਹ ਮੈਸੇਜ ਸੁਣਨ ਨੂੰ ਮਿਲਦਾ, ਉਹ ਗੱਲਾਂ ਸੁਣਨ ਨੂੰ ਮਿਲਦੀਆਂ। ਤਾਂ ਬੇਬੇ ਔਰ ਸੰਗੀਤ, ਇਹ ਦੋ ਮੇਰੇ ਐਸੇ ਸਾਥੀ ਹੈ ਕਿ ਜਿਹੜੇ ਹਮੇਸ਼ਾ ਮੈਨੂੰ ਉਹੀ ਚੀਜ਼ਾਂ ਸਿਖਾਉਂਦੇ ਆ ਜਿਹੜੀਆਂ ਇੱਕ ਇਨਸਾਨ ਹੈ ਇਸ ਜਨਮ ਦੇ ਵਿੱਚ ਸਿੱਖਣ ਵਾਸਤੇ ਹੈ। ਸੋ ਇਹ ਮੈਂ ਇਹਨਾਂ ਦਾ ਆਸ਼ਕ ਹੈ ਤੇ ਇਸ਼ਕ ਹੈ ਮੇਰਾ ਇਹਨਾਂ ਨਾਲ ਗੂੜਾ। ਬਹੁਤ ਖੂਬ। ਟਿਕਟਾਂ ਕਿਹਦੇ ਨਾਲ ਟਿਕਟ ਕਟਾ ਕੇ ਤੁਸੀਂ ਟ੍ਰੇਨ ਦਾ ਸਫ਼ਰ ਕਰ ਕਿਸੇ ਡੈਸਟੀਨੇਸ਼ਨ ਤੇ ਜਾਣਾ ਚਾਹੋਗੇ? ਮੈਂ ਆਪਣੇ ਆਪ ਨਾਲ ਹੀ ਟਿਕਟ ਕਟਾਉਣ ਦੇ ਮੂਡ 'ਤੇ। ਕਿੱਥੇ ਜਾਣਾ ਚਾਹੋਗੇ? ਜਿੱਥੋਂ ਆਇਆ ਮੈਂ। ਸੋ ਹਮੇਸ਼ਾ ਸਵਾਲ ਕਰਦੀ ਹੁੰਦੀ ਹੈ ਬੇਬੇ ਕਿ ਤਿੰਨ ਟੇਸ਼ਨ ਹੈ। ਮੋਸਟਲੀ ਮੈਂ ਸਟੇਜਾਂ 'ਤੇ ਵੀ ਇਹ ਗੱਲਾਂ ਬੋਲਦਾ ਹੁੰਦਾ ਕਿ ਤਿੰਨ ਹੀ ਟੇਸ਼ਨ ਹੈ ਸਾਡੇ ਵੀ, ਅਸੀਂ ਕਿੱਥੋਂ ਆਏ ਹਾਂ, ਕੀ ਕਰਨਾ ਹੈ ਇੱਥੇ, ਤੇ ਇੱਥੋਂ ਜਾਣਾ ਕਿੱਥੇ ਹੈ। ਸੋ ਆ ਤਾਂ ਗਏ ਹੁਣ ਇੱਥੇ, ਇੱਥੋਂ ਹੁਣ ਜਾਣਾ ਕਿੱਥੇ ਹੈ ਤਾਂ ਹੀ ਜਾ ਸਕਦੇ ਹਾਂ ਜੇ ਸਾਨੂੰ ਪਤਾ ਹੋਵੇ ਅਸੀਂ ਆਏ ਕਿੱਥੋਂ ਹੈ। ਸੋ ਉਹ ਪਤਾ ਕਰਦੇ ਫਿਰਦੇ ਹਾਂ ਕਿੱਥੋਂ ਆਏ, ਤਾਂ ਟਿਕਟ ਕਟਾਉਣ ਦੇ ਪੂਰੇ ਪ੍ਰੋਗਰਾਮ 'ਚ ਹੈ ਕਿ ਜਾ ਕੇ ਫਿਰ ਉੱਥੇ ਬਸ ਉਸ ਟ੍ਰੇਨ ਚੜ੍ਹਨ ਦੇ ਮੂਡ 'ਚ ਆ ਜਿਹੜੀ ਇੱਕ ਵਾਰੀ ਜਾਂਦੀ ਹੈ ਫਿਰ ਵਾਪਸ ਨਹੀਂ ਹੁੰਦੀ, ਉਹ ਉੱਥੇ ਹੀ ਰੱਖ ਲੈਂਦੀ ਹੈ ਬਸ। ਉਹ ਵਿਹੜਾ ਹੈ, ਉਹ ਪ੍ਰਮਾਤਮਾ ਦਾ ਉਹ ਦਰ ਹੈ, ਉਹ ਦਰਗਾਹ ਹੈ, ਉਹ ਜਿੱਥੇ ਫਿਰ ਕੋਈ ਸੁੱਖ ਦੁੱਖ ਨਹੀਂ ਵਿਆਪਦਾ, ਜਿੱਥੇ ਕੋਈ ਖੁਸ਼ੀਆਂ ਗਮੀਆਂ ਨਹੀਂ ਤੁਹਾਨੂੰ ਇੰਟਰੈਕਟ ਕਰਦੀਆਂ। ਫਿਰ ਬਸ ਤੁਸੀਂ ਇੱਕ ਸਟੇਬਿਲਿਟੀ 'ਚ ਆ ਜਾਂਦੇ ਹੋ, ਸਭ ਕੁਝ ਤੁਹਾਨੂੰ ਬਸ ਜੋ ਜੀ ਆਵੇ ਸੋ ਰਾਜੀ ਜਾਵੇ ਵਾਲਾ ਕਨਸੈਪਟ ਹੈ ਤੁਹਾਡੀ ਜ਼ਿੰਦਗੀ 'ਚ। ਕੀ ਬਾਤ ਹੈ, ਬਹੁਤ ਖੂਬ। ਮਸਤ ਬਣਾ ਦੇਣਗੇ ਬੀਬਾ। ਤੁਸੀਂ ਕਿਹਦੇ ਲਈ ਕਹਿਣਾ ਚਾਹੋਗੇ ਜੇ ਇੰਡਸਟਰੀ ਦੀ ਆਪਾਂ ਗੱਲ ਕਰੀਏ? ਤੁਸੀਂ ਸਾਰਿਆਂ ਨਾਲ ਵਿਚਰਦੇ ਹੋ ਵੀ ਜੇ ਮੈਂ ਮਿਲਣ ਜਾਣਾ ਤੁਸੀਂ ਕਹੋਗੇ ਵੀ ਉਹ ਮਸਤ ਬੰਦਾ ਹੈ, ਉਹਦਾ ਮਾਹੌਲ ਇੱਕਦਮ ਮਸਤ ਹੈ, ਤੁਸੀਂ ਇੱਕਦਮ ਮਸਤ ਹੀ ਹੋ ਜਾਓਗੇ ਉਹਨਾਂ ਦੇ ਨਾਲ ਸਮੇਂ ਬਿਤਾ ਕੇ, ਉਹਨਾਂ ਦੀ ਗਾਇਕੀ ਸੁਣ ਕੇ। ਮੇਰਾ ਰਾਜਵੀਰ, ਮੇਰਾ ਬੜਾ ਪਿਆਰਾ ਮਿੱਤਰ ਆ ਰਾਜਵੀਰ ਜੋਂਦਾ ਜੀ। ਅਸੀਂ ਪਿਛਲੇ ਦਿਨਾਂ 'ਚ ਸਾਡੇ ਬਾਪੂ ਜੀ ਚਲੇ ਗਏ ਤਾਂ ਅਸੀਂ ਭੋਗ 'ਤੇ ਉਦੋਂ ਇਕੱਠੇ ਹੀ ਸੀ, ਤਾਂ ਉਹਦੇ ਨਾਲ ਮੇਰਾ ਬਹੁਤ ਸਨੇਹ ਹੈ।
ਤਾਂ ਉਹਦੇ ਨਾਲ ਮੇਰਾ ਬਹੁਤ ਜੀ ਲੱਗਦਾ ਜੀ। ਤਾਂ ਇੱਕ ਉਹ ਆਰਟਿਸਟ ਹੈਗਾ ਜਿਹਦੇ ਨਾਲ ਮੈਂ ਜਾਣੀ ਜੇ ਸਾਰਾ ਦਿਨ ਵੀ ਬੈਠਾ ਰਹਾਂ। ਇੱਕ ਤਾਂ ਇਹ ਵੀ ਯੂਨੀਵਰਸਿਟੀ 'ਚ ਅਸੀਂ ਇਕੱਠੇ ਪੜ੍ਹੇ ਹਾਂ ਅਤੇ ਹੋਸਟਲ 'ਚ ਇੱਕ ਰੂਮ 'ਚ ਰਹੇ ਹਾਂ ਅਸੀਂ, ਜਾਣੀ ਮੇਰੇ ਖਿਆਲ 'ਚ 1.5 ਸਾਲ ਵਾਂਗੂ। ਤਾਂ ਬਹੁਤ ਸਾਰੀਆਂ ਯਾਦਾਂ ਸਾਡੀਆਂ ਇਕੱਠਿਆਂ ਦੀਆਂ। ਰੈਸਟੋਰੈਂਟ ਜਿਹੜੀ ਤੁਸੀਂ ਗੱਲ ਕਰਦੇ ਸੀ ਉਹਦੇ 'ਚ ਅਸੀਂ ਇਕੱਠਿਆਂ ਗਾਉਂਦੇ ਹੁੰਦੇ ਸੀ। ਰਾਜਵੀਰ ਤੂੰ ਵੀ ਆਉਂਦਾ ਹੁੰਦਾ ਸੀ ਨਾਲ, ਡਫ ਵੀ ਆਉਂਦਾ ਸੀ, ਗਾਉਂਦਾ ਵੀ ਸੀ ਨਾਲ ਇੱਕ ਡਿਲੇ ਪਈ ਹੁੰਦੀ ਸੀ ਉਹਨੂੰ ਵੀ ਸੈੱਟ ਕਰਦਾ ਸੀ। ਉਹ ਇੱਕ ਆਰਟਿਸਟ ਹੈਗਾ ਕਿ ਜਿਹਦੇ ਨਾਲ ਮੇਰੀਆਂ ਬਹੁਤ ਸਾਰੀਆਂ ਸਾਂਝਾਂ ਇਸ ਤਰ੍ਹਾਂ ਦੀਆਂ, ਅਤੇ ਉਹਦੇ ਨਾਲ ਬੈਠਾ ਮੈਨੂੰ ਨਹੀਂ ਪਤਾ ਲੱਗਦਾ ਫਿਰ ਕਿੰਨਾ ਟਾਈਮ ਹੋ ਜਾਂਦਾ। ਸੋ ਬਹੁਤ ਪਿਆਰ ਆ ਉਹਦੇ ਨਾਲ ਮੇਰਾ। ਤੂੰਬਾ ਵੱਜਦਾ, ਤੂੰਬੇ ਦੇ ਨਾਲ ਪਿਆਰ ਪੈਣ ਦੀ ਕੋਈ ਖਾਸ ਵਜ੍ਹਾ? ਕਿਉਂਕਿ ਅਸੀਂ ਬੜੇ ਗੀਤਾਂ ਦੇ ਵਿੱਚ ਵੀ ਤੁਹਾਡੇ ਹੱਥ 'ਚ ਦੇਖਿਆ। ਦੇਖੋ ਮੈਨੂੰ ਇੱਦਾਂ ਲੱਗਦਾ ਪ੍ਰੈਕਟੀਕਲੀ ਜਦੋਂ ਮੈਂ ਤੂੰਬੇ ਨੂੰ ਅੱਜ ਕੱਲ੍ਹ ਵੀ ਸੁਣਦਾ ਨਾ, ਤਾਂ ਉਹ ਸੁਣਨ ਦੀ ਜਿਹੜੀ ਇੱਕ ਤੁਹਾਡੀ ਭਾਵਨਾ ਹੈ ਨਾ, ਇੱਕ ਮੀਟਰ ਹੈ ਜਿਹੜਾ ਉਹ ਦਿਨੋਂ ਦਿਨ ਮੇਰਾ ਚੇਂਜ ਹੋ ਰਿਹਾ। ਤੂੰਬਾ ਨਹੀਂ ਕਹੂੰਗਾ ਮੈਂ, ਪਲੱਕ ਕਹੂੰਗਾ। ਕੋਈ ਵੀ ਤਾਰ ਵਾਲਾ ਕੋਈ ਤੰਤੀ ਸਾਜ਼ ਸੁਣਦਾ ਜਦੋਂ ਮੈਂ, ਉਹ ਭਾਵੇਂ ਕੋਈ ਵੀ ਸਾਜ਼ ਹੈ, ਭਾਵੇਂ ਰਬਾਬ ਹੈ, ਭਾਵੇਂ ਉਹ ਤੂੰਬਾ ਹੈ, ਤਾਂ ਉਹ ਲੱਗਦਾ ਕਿ ਤੁਹਾਡੇ ਬੀਪੀ ਨਾਲ ਕਨੈਕਸ਼ਨ ਹੈ ਇਸ ਚੀਜ਼ ਦਾ, ਤੁਹਾਡੇ ਬਲੱਡ ਪ੍ਰੈਸ਼ਰ ਦੇ ਨਾਲ। ਅੱਛਾ ਜੀ। ਯੈਸ, ਉਹ ਜਦੋਂ ਉਹ ਚੀਜ਼ ਵੱਜਦੀ ਹੈ ਨਾ, ਟੰਗ 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 ਟੰਗ, ਉਹ ਕਿਤੇ ਨਾ ਕਿਤੇ ਤੁਹਾਡੇ ਅੰਦਰ ਨਾਲ ਉਹ ਚੀਜ਼ ਮੈਚ ਕਰਦੀ ਹੈ। ਤੁਹਾਡੀ ਜਿਵੇਂ ਕਹਿੰਦੇ ਨਾ ਕਿ ਅੰਦਰ ਦਾ ਨੱਚਣਾ, ਫਿਰ ਬਾਡੀ ਤੁਹਾਡੀ ਅੰਦਰੋਂ ਉਸ BPM ਦੇ ਨਾਲ, ਉਸ ਟੈਂਪੋ ਦੇ ਨਾਲ ਮੈਚ ਕਰਕੇ ਨੱਚਣ ਦੀ ਕੋਸ਼ਿਸ਼ ਕਰਦੀ ਹੈ। ਓਕੇ, ਹੈ ਨਾ, ਜਿਵੇਂ ਹੁੰਦਾ ਨਾ ਕਿ ਸਰੀਰ, ਮਨ ਅਤੇ ਆਤਮਾ, ਇਹ ਤਿੰਨਾਂ ਦਾ ਬਹੁਤ ਗੂੜਾ ਰਿਸ਼ਤਾ, ਤਿੰਨਾਂ ਦਾ। ਬਸ ਅੱਜ ਪ੍ਰੋਬਲਮ ਇਹੀ ਹੈ ਕਿ ਸਰੀਰ ਅਤੇ ਮਨ ਦੋਨੇ ਆਪਸ 'ਚ ਬਹੁਤ ਡਾਇਲੋਗ ਕਰਦੇ ਆ, ਆਤਮਾ ਇਕੱਲੀ ਬੈਠੀ ਰਹਿੰਦੀ ਹੈ। ਜਦੋਂ ਤੁਸੀਂ ਸਾਜ਼ਾਂ 'ਚ ਹੁੰਦੇ ਹੋ, ਇੱਕ ਗਵਈਆ ਜਦੋਂ ਆਪਦੇ ਸੰਗੀਤ ਨੂੰ ਮਾਣਦਾ ਹੈ, ਹੈ ਨਾ, ਜਦੋਂ ਇੱਕ ਐਂਕਰ ਆਪਣੇ ਸਵਾਲਾਂ ਨੂੰ ਮਾਣਦਾ ਹੈ, ਤਾਂ ਮੇਰੇ ਖਿਆਲ 'ਚ ਫਿਰ ਉਹਨਾਂ ਦਾ ਤਿੰਨਾਂ ਦੀ ਆਪਸ 'ਚ ਗੱਲਬਾਤ ਹੋ ਰਹੀ ਹੈ। ਬਿਲਕੁਲ। ਹੁਣ ਪਿਛਲੇ 20-25 ਮਿੰਟ ਤੋਂ ਅੱਧੇ ਘੰਟੇ ਤੋਂ ਮੈਨੂੰ ਨਹੀਂ ਪਤਾ ਕਿੰਨਾ ਟਾਈਮ ਹੋ ਗਿਆ, ਇਹ ਤਿੰਨਾਂ ਦੀ ਗੱਲਬਾਤ ਹੀ ਹੋ ਰਹੀ ਹੈ। ਇਸੇ ਕਰਕੇ ਔਰਾ ਬਹੁਤ ਅੱਛਾ ਬਣਿਆ ਹੋਇਆ ਹੈ। ਮੈਨੂੰ ਲੱਗਦਾ ਕਿ ਤੁਹਾਡਾ ਵੀ ਜੀ ਨਹੀਂ ਕਰ ਰਿਹਾ ਕਿ ਆਪਾਂ ਬੰਦ ਕਰੀਏ, ਜੀ ਮੇਰਾ ਵੀ ਨਹੀਂ ਕਰ ਰਿਹਾ ਕਿ ਬੰਦ ਕਰੀਏ। ਬਸ ਉਹੀ ਹੈ ਕਿ ਉਹ ਤਾਰ ਫਿਰ ਮੈਨੂੰ ਲੱਗਦਾ ਤੁਹਾਡੇ ਨਾਲ ਕਨੈਕਟ ਹੁੰਦੀ ਹੈ। ਉਸ ਚੀਜ਼ ਨੂੰ ਫਿਰ ਤੁਸੀਂ ਮੇਰੇ ਖਿਆਲ 'ਚ ਉਹਨਾਂ ਸੋਹਣੇ ਤਰੀਕੇ ਬਿਆਨਾਤ ਨਹੀਂ ਕਰ ਸਕਦੇ ਹੁੰਦੇ, ਪਰ ਤੁਸੀਂ ਮਾਣ ਬਹੁਤ ਸੋਹਣੇ ਤਰੀਕੇ ਲੈਂਦੇ ਹੋ। ਸੋ ਤੂੰਬਾ, ਤਾਰ, ਉਹ ਚੀਜ਼ਾਂ ਅੱਜ ਐਟ ਪ੍ਰੈਜ਼ੈਂਟ ਮੇਰੇ ਨਾਲ ਉਹ ਉੱਦਾਂ ਦਾ ਬਿਹੇਵ ਕਰ ਰਹੀਆਂ ਕਿ ਚੰਗਾ ਜਿਹਾ ਲੱਗਦਾ ਬਸ ਜਦੋਂ ਵੱਜਦੇ ਹੋ। ਕੀ ਬਾਤ ਹੈ। ਸੋ ਆਈ ਵਿਸ਼ ਕਿ ਇਹ ਜੋ ਤੂੰਬੇ ਨੂੰ ਲੈ ਕੇ ਜੋ ਤੁਹਾਡੇ ਜਜ਼ਬਾਤ ਨੇ ਅਜਿਹੇ ਹੀ ਰਹਿਣ ਹਮੇਸ਼ਾ, ਔਰ ਅਸੀਂ ਵੀ ਤੁਹਾਡੇ ਗੀਤਾਂ ਨੂੰ, ਤੁਹਾਡੇ ਤੂੰਬੇ ਨੂੰ ਇੱਦਾਂ ਹੀ ਇੰਜੋਏ ਕਰਦੇ ਰਹੀਏ। ਲਾਸਟ ਐਂਡ ਲੀਸਟ, ਮੌਜ। ਜ਼ਿੰਦਗੀ ਦੇ ਕਿਹੜੇ ਫੇਸ ਨੂੰ ਦੇਖ ਕੇ ਯਾਦ ਕਰਕੇ ਲੱਗਦਾ ਯਾਰ ਮੌਜ ਤੇ ਉਹ ਸੀ, ਜਾਂ ਮੌਜ ਤੇ ਇਹ ਹੈ? ਆ ਮੌਜ ਹੀ ਆ ਹੁਣ, ਹੈ ਨਾ, ਕਿ ਤੁਹਾਡੇ ਕਿਸੇ ਸਵਾਲ ਦੀ ਮੈਨੂੰ ਕੋਈ ਮੇਰੇ ਮਨ 'ਚ ਡਰ ਨਹੀਂ ਹੈਗਾ ਜੀ, ਹੈ ਨਾ, ਕਿ ਮੈਂ ਜਦੋਂ ਆ ਕੇ ਸੋਫੇ 'ਤੇ ਬੈਠਾ ਤਾਂ ਮੈਨੂੰ ਜਾਣੀ ਬਹੁਤਿਆਂ ਵਾਂਗੂ ਇਹ ਨਹੀਂ ਕਹਿਣਾ ਪਿਆ ਕਿ ਆਹ ਪੁੱਛ ਲਿਓ ਅਤੇ ਆਹ ਨਾ ਪੁੱਛਿਓ, ਹੈ ਨਾ, ਜਾਂ ਮੇਰੀ ਫੈਮਿਲੀ ਬਾਰੇ ਨਾ ਪੁੱਛਿਓ, ਜਾਂ ਕੋਈ ਆਹ ਖਾਸ ਸਵਾਲ ਮੈਥੋਂ ਨਾ ਪੁੱਛਿਓ। ਇਹੀ ਮੌਜ ਹੈ, ਸਟੇਜ 'ਤੇ ਚੜ੍ਹ ਕੇ ਗਾਉਣਾ। ਮਾਈਕ ਹਮੇਸ਼ਾ ਮੈਂ ਕਹਿੰਦਾ ਹੁੰਦਾ ਕਿ ਸਾਰੀ ਆਡੀਅੰਸ ਦਾ ਮਾਈਕ ਹੈ, ਉਹ ਮੌਜ ਹੀ ਆ। ਉਹ ਕਿ ਕੋਈ ਵੀ ਸਵਾਲ ਹੋਵੇ ਤੁਹਾਡੇ ਮਨ 'ਚ ਕਿਸੇ ਗੀਤ ਨੂੰ ਲੈ ਕੇ ਜਾਂ ਮੇਰੀ ਕਿਸੇ ਗੱਲ ਨੂੰ ਲੈ ਕੇ, ਆਪਾਂ ਇਹ ਸਭ ਹੈ ਗੁਰੂ ਦੀ, ਇੱਥੇ ਬੈਠ ਕੇ ਡਿਸਕਸ ਕਰਾਂਗੇ ਬੜੀ ਮੌਜ ਨਾਲ ਜੀ, ਹੈ ਨਾ। ਚਾਹ ਹੈ, ਹੁਣ ਬੈਠਾ ਤਾਂ ਮੈਂ ਉੱਥੇ ਮਾਤਾ ਜੀ ਹੋਰ ਕੋਲ ਅੰਦਰ ਬੈਠਾ ਸੀ, ਤਾਂ ਉੱਥੋਂ ਚਾਹ ਚੱਕ ਕੇ ਮੈਂ ਕੋਈ ਨਹੀਂ ਭੈਣ ਨੂੰ ਕਹਿ ਦੂੰਗਾ ਮੈਂ ਨਾਲ ਪੀ ਚੱਲਾਂ, ਹਾਲਾਂਕਿ ਘੁੱਟ ਨਹੀਂ ਭਰੀ ਗਈ ਉਦੋਂ ਦੀ ਨਸੀਬ 'ਚ। ਇਹ ਵੀ ਮੌਜ ਹੀ ਹੈ। ਬਸ ਮੈਨੂੰ ਲੱਗਦਾ ਕਿ ਇਹ ਸਾਰੀ ਮੌਜ ਹੀ ਹੈ ਤੁਹਾਡੀ ਜ਼ਿੰਦਗੀ ਦੀ, ਕਿ ਜਿਸ ਨੂੰ ਤੁਸੀਂ ਬੜਾ ਬੇਪਰਵਾਹ ਹੋ ਕੇ ਮੰਨਦੇ ਹੋ, ਪਰ ਬਸ਼ਰਤੇ ਕਿ ਉਹਦੇ 'ਚ ਨੀਅਤ ਤੁਹਾਡੀ 100% ਉਹ ਪਿਓਰਿਟੀ ਲੈਵਲ ਹੋਣਾ ਚਾਹੀਦਾ। ਜੇ ਵਿੱਚ ਕਿਤੇ ਨਾ ਕਿਤੇ ਕੋਈ ਚੋਰ ਬੈਠਾ ਨਾ, ਤੁਹਾਡੀ ਮੌਜ ਫਿਰ ਉਹ ਬੇਮੌਜ ਹੋ ਜੂਗੀ ਅਤੇ ਸਾਹਮਣੇ ਵਾਲੇ ਨੂੰ ਵੀ ਪਤਾ ਲੱਗ ਜੂ ਕਿ ਡਰਾਮਾ ਕਰ ਰਿਹਾ ਹੈ। ਹਾਂਜੀ, ਬਿਲਕੁਲ ਸਹੀ। ਬਹੁਤ ਵਧੀਆ ਲੱਗਿਆ ਤੁਹਾਡੀ ਐਲਬਮ, ਇੱਕ ਕਰਕੇ ਗਾਣੇ ਹੁਣ ਆਊਟ ਹੋਣੇ ਸ਼ੁਰੂ ਹੋ ਗਏ। ਪਹਿਲਾ ਗੀਤ ਜਿਹੜਾ ਤੁਹਾਡੀ ਐਲਬਮ ਦਾ, ਬਾਵਰੇ ਫਕੀਰ। ਹਾਂਜੀ, ਬਾਵਰੇ ਫਕੀਰ ਅੱਜ 5 ਵਜੇ ਆ ਜਾਣਾ, ਅਤੇ ਬਸ ਮੈਨੂੰ ਲੱਗਦਾ ਕਿ ਆਏ ਮਹੀਨੇ ਦੀ ਇਸ ਤਰੀਕ ਦੇ ਨੇੜੇ ਤੇੜੇ ਅਗਲਾ ਗੀਤ ਜਿਵੇਂ ਰਿਚਾ ਸ਼ਰਮਾ ਜੀ ਦੇ ਨਾਲ ਦਰਬਾਨ ਗੀਤ ਆ ਉਹ ਜੀ। ਸੋ ਆਰਫ ਲਾਹੌਰ ਸਾਹਿਬ ਹੋਰਾਂ ਨਾਲ ਅਸੀਂ ਦੋਨੇ ਪੰਜਾਬਾਂ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਾਹੌਰ ਸ਼ੂਟ ਕਰਾਂਗੇ। ਅਰੇ ਕੀ ਬਾਤ। ਹਾਂ, ਸਾਨੂੰ ਪਰਮਿਸ਼ਨ ਮਿਲ ਜੇ ਤਾਂ ਅਸੀਂ ਲਾਹੌਰ ਸ਼ੂਟ ਕਰਾਂਗੇ। ਉਹ ਗੀਤ ਹੀ ਇੱਦਾਂ ਦਾ ਹੈ ਕਿ ਇੱਧਰਲੇ ਪੰਜਾਬ ਵਾਲਾ ਜਾਣੀ ਗਵਈਆ ਕਹਿ ਲਓ ਜਾਂ ਕੋਈ ਵੀ ਇਨਸਾਨ ਕਹਿ ਲਓ, ਕਹਿੰਦਾ ਕਿ ਮੈਂ ਜੇ ਮੰਨ ਲਓ ਦੋਨੇ ਪੰਜਾਬ ਖੁੱਲ੍ਹੇ ਹੋਣ ਤਾਂ ਮੈਂ ਇੱਥੋਂ ਲੱਗ ਕੇ ਆਪਣਾ ਬਾਰਡਰ ਤੋਂ ਤੇ ਜਾਂਦਾ ਉੱਧਰੋਂ ਲਾਹੌਰ ਤੋਂ ਆਹ ਚੀਜ਼ਾਂ ਸਮਾਨ ਚੱਕ ਲਿਆਵਾਂ, ਅਤੇ ਉੱਧਰਲਾ ਕਹਿੰਦਾ ਕਿ ਮੈਂ ਅੰਮ੍ਰਿਤਸਰ ਵਾਲੇ ਪਾਸੇ ਆ ਜਾ ਅਤੇ ਉਸ ਬਾਜ਼ਾਰ 'ਚ ਜਾਂਦਾ ਚੀਜ਼ ਚੱਕ ਕੇ ਅਤੇ ਮੈਂ ਉੱਥੋਂ ਤੱਕ ਵਾਪਸ ਕਰੇ। ਉਹ ਭਾਵਨਾ ਸਾਰੀ। ਸੋ ਇਸ ਤਰ੍ਹਾਂ ਹੋਰ ਬੜੇ ਗੀਤ ਪੰਜਾਬ ਨੂੰ ਲੈ ਕੇ ਅਤੇ ਚੜ੍ਹਦੀ ਕਲਾ ਨੂੰ ਲੈ ਕੇ, ਕੁਛ ਠੀਕ ਕਰਨ ਵਾਲੀਆਂ ਗੱਲਾਂ ਨੂੰ ਲੈ ਕੇ, ਸਾਡੇ ਸੰਗੀਤ ਨੂੰ ਲੈ ਕੇ, ਸਾਡੇ ਰਿਸ਼ਤਿਆਂ ਨੂੰ ਲੈ ਕੇ, ਇਹ 12 ਦੇ 12 ਗੀਤ ਮੇਰੇ ਖਿਆਲ 'ਚ ਮੇਰੇ ਲਈ ਵੀ ਖਾਸ ਨੇ। ਬਾਕੀ ਜਿਵੇਂ ਜਿਵੇਂ ਤੁਸੀਂ ਜਾਂ ਸਾਰੇ ਸਰੋਤੇ ਸੁਣਦੇ ਜਾਣਗੇ ਉਹਨਾਂ ਲਈ ਵੀ ਖਾਸ ਬਣਨਗੇ। ਬਾਕੀ ਸਾਡਾ ਕੰਮ ਉਹੀ ਹੈ ਕਿ
ਅਸੀਂ ਮਿਹਨਤ ਕਰਦੇ ਰਹਾਂਗੇ ਇਨਸ਼ਾਅੱਲਾ। ਆਫ ਕੋਰਸ ਤੁਹਾਡੇ ਗੀਤ ਹੋਣਗੇ ਔਰ ਤੁਹਾਡੇ ਚਾਹਣ ਵਾਲਿਆਂ ਨੂੰ ਪਸੰਦ ਆਣੇ ਹੋ ਹੀ ਨਹੀਂ ਸਕਦਾ, ਕਿਉਂਕਿ ਤੁਸੀਂ ਹਮੇਸ਼ਾ ਕੁਝ ਰੂਹਾਨੀਅਤ ਨਾਲ ਜੁੜਾ ਸੰਗੀਤ ਜਿਹੜਾ ਹੈਗਾ ਨਾ, ਮੈਨੂੰ ਲੱਗਦਾ ਹੈ ਹਮੇਸ਼ਾ ਉਹ ਹਰ ਉਸ ਇਨਸਾਨ ਦੇ ਨਾਲ ਜੁੜੀ ਜਾਂਦਾ ਹੈ ਜੋ ਵਾਕਈ ਦੇ ਵਿੱਚ ਮਹਿਸੂਸ ਕਰਨ ਦੀ ਸ਼ਕਤੀ ਜਿਹਦੇ ਅੰਦਰ ਹੈਗੀ ਹੈ। ਸੋ ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਸੋਹਣਾ ਸੰਗੀਤ ਤੁਸੀਂ ਸਾਨੂੰ ਦਿੰਦੇ ਰਹੋ। ਜਾਣ ਤੋਂ ਪਹਿਲਾਂ ਮਸਤ ਬਣਾ ਦੇਣਗੇ ਦੀਆਂ ਦੋ ਮੈਂ ਚਾਹਾਂਗੀ ਤੁਸੀਂ ਲਾਈਨਾਂ ਸਾਨੂੰ ਸੁਣਾਓ। ਮਸਤ ਬਣਾ ਦੇਣਗੇ ਬੀਬਾ, ਨੱਚਣ ਲਾ ਦੇਣਗੇ ਬੀਬਾ, ਹਾਂ ਮਸਤ ਬਣਾ ਦੇਣਗੇ ਬੀਬਾ, ਨੱਚਣ ਲਾ ਦੇਣਗੇ ਬੀਬਾ, ਹੋ ਨਾ ਜਾਈ ਮਸਤਾਂ ਦੇ ਵੇੜੇ, ਮਸਤ ਬਣਾ ਦੇਣਗੇ ਬੀਬਾ, ਨਾ ਜਾਈ ਮਸਤਾਂ ਦੇ ਵੇੜੇ, ਮਸਤ ਬਣਾ ਦੇਣਗੇ ਬੀਬਾ। ਬਹੁਤ ਸ਼ੁਕਰੀਆ, ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਕਰਨਾ, ਤੁਹਾਡੀਆਂ ਗੱਲਾਂ ਨੂੰ ਸੁਣਨਾ, ਮਹਿਸੂਸ ਕਰਨਾ ਔਰ ਤੁਹਾਡਾ ਸੰਗੀਤ ਤੇ ਹਮੇਸ਼ਾ ਹੀ ਦਿਲ ਨੂੰ ਸਕੂਨ ਦਿੰਦਾ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤੁਹਾਡਾ ਵੀ, ਮੈਨੂੰ ਵੀ ਬਹੁਤ ਚੰਗਾ ਲੱਗਿਆ। ਆ ਸਮਾਂ ਬਹੁਤ ਭਲਾ ਸੀ, ਬਹੁਤ ਚੰਗੇ ਸਵਾਲ ਔਰ ਚੰਗੇ ਜਵਾਬ, ਤੇ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ, ਤੇ ਤੁਹਾਨੂੰ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਸਾਡੇ ਦੋਵਾਂ ਵੱਲੋਂ ਬਹੁਤ ਬਹੁਤ ਆਦਰ ਸਤਿਕਾਰ। ਜੀ ਬਿਲਕੁਲ, ਇਹਨਾਂ ਨੇ ਮੇਰੀ ਵੀ ਗੱਲ ਪੂਰੀ ਕਰ ਹੀ ਦਿੱਤੀ ਹੈ। ਸੋ ਤੁਸੀਂ ਦੇਖ ਰਹੇ ਸੀ ਇੰਟਰਵਿਊ। ਪਲੀਜ਼ ਪੋਜ਼ਿਟਿਵ ਰਹੋ, ਪੋਜ਼ਿਟਿਵ ਰਹਿਣ ਦਿਓ, ਪੋਜ਼ਿਟਿਵ ਰੱਖੋ। ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ। ਜ਼ਿੰਦਗੀ ਬਹੁਤ ਖੂਬਸੂਰਤ ਹੈ, ਪਲੀਜ਼ ਇਸ ਨੂੰ ਇੰਜੋਏ ਕਰਨਾ ਸ਼ੁਰੂ ਕਰੋ। ਖੁਸ਼ ਰਹੋ, ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।